दर्शन परसै गुरु कै, जन्म मरण दुख जाए। होवै सिफत खसामदी, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਿਸਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਿਸਾਹ, ਸਿਰ ਸਾਹਾਂ ਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਾ, ਸੇ ਨਾਮ ਹਰਿ ਕੈ ਲਾਗੇ। ਕਹੈ ਨਾਨਕ ਤਹ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਧੁਰ ਕਰਮ ਪਾਇਆ ਤੁਧ ਜਿਨ ਕਾ, ਸੇ ਨਾਮ ਹਰਿ ਕੈ ਲਾਗੇ। ਕਹੈ ਨਾਨਕ ਤਹ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ਿਸ਼ ਕੀਤੇ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਲੜੀਵਾਰ ਰੂਪ ਦੇ ਵਿੱਚ ਰਾਮ ਕਲੀ ਰਾਗ ਦੇ ਅੰਦਰ ਸਤਿਗੁਰੂ ਜੀ ਆਨੰਦ ਸਾਹਿਬ ਬਾਣੀ ਦੇ ਦੁਆਰਾ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ। ਅੱਜ ਦਾ ਜੋ ਪਵਿੱਤਰ ਉਪਦੇਸ਼ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ ਰਹੇ ਹਨ, ਆਨੰਦ ਸਾਹਿਬ ਜੀ ਦੀ 5ਵੀਂ ਪੌੜੀ ਦੇ ਵਿੱਚ ਸਤਿਗੁਰੂ ਜੀ ਕਿਰਪਾਲਤਾ ਕਰ ਰਹੇ ਹਨ। ਜਿਸ ਅੰਮ੍ਰਿਤ ਬਾਣੀ ਦਾ ਨਾਮ ਆਨੰਦ ਹੈ, ਆਨੰਦ ਦੀ ਦਾਤ ਦੇਣ ਵਾਲੀ, ਆਨੰਦ ਦੀ ਬਖਸ਼ਿਸ਼ ਕਰਨ ਵਾਲੀ ਇਹ ਗੁਰੂ ਸਾਹਿਬ ਜੀ ਕੀ ਅੰਮ੍ਰਿਤ ਬਾਣੀ ਹੈ। ਔਰ ਇੱਕ ਇੱਕ ਪੌੜੀ ਦੁਆਰਾ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਨਾਮ ਦੀ ਮਹਿਮਾ ਕਥਨ ਕੀਤੀ ਹੈ ਤੇ ਜੀਵ ਨੂੰ ਆਨੰਦ ਕਿਵੇਂ ਪ੍ਰਾਪਤ ਹੋਣਾ ਹੈ, ਇਹ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਜਿਵੇਂ ਕਿਰਪਾ ਕਰਦੇ ਹਨ, ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ ਜੀ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ।
ਇਸ ਪੌੜੀ ਦੇ ਅੰਦਰ ਜੋ ਘਰ ਦਾ ਜ਼ਿਕਰ ਆਇਆ ਹੈ, ਘਰ ਸੁਭਾਗਾ, ਸ੍ਰੇਸ਼ਟ ਭਾਗਾਂ ਵਾਲਾ ਘਰ, ਤਾਂ ਮਹਾਂਪੁਰਖਾਂ ਨੇ ਕਈ ਅਰਥ ਕੀਤੇ ਹਨ ਇਸ ਦੇ। ਪਹਿਲਾ ਅਰਥ ਹੈ ਕਿ ਉਹ ਸਤ ਸੰਗਤ ਰੂਪੀ ਘਰ ਸੁਭਾਗਾ, ਸ੍ਰੇਸ਼ਟ ਭਾਗਾਂ ਵਾਲਾ ਹੈ, ਜਿਸ ਘਰ ਦੇ ਵਿੱਚ ਵਾਜੇ ਪੰਜ ਸ਼ਬਦ, ਪੰਜ ਸ਼ਬਦ ਵੱਜਦੇ ਹਨ, ਪੰਜ ਸਾਜ਼ ਵੱਜਦੇ ਹਨ, ਤੇ ਸ਼ਬਦ ਪ੍ਰਗਟ ਹੁੰਦਾ ਹੈ ਸਤ ਸੰਗਤ ਰੂਪੀ ਘਰ ਦੇ ਵਿੱਚ, ਕਿ ਉਹ ਸਤ ਸੰਗਤ ਰੂਪੀ ਘਰ ਸ੍ਰੇਸ਼ਟ ਭਾਗਾਂ ਵਾਲਾ। ਪੰਜ ਸਾਜ਼ ਵੱਜਦੇ ਹਨ ਜਿਸ ਥਾਂ ਤੇ, ਰਬਾਬ ਵੱਜਦੀ ਹੈ, ਮਿਰਦੰਗ ਵੱਜਦੀ ਹੈ, ਸਿਰੰਦਾ ਵੱਜਦਾ ਹੈ, ਤਾਊਸ ਵੱਜਦਾ ਹੈ, ਆਦਿਕ ਇਹ ਸਾਜ਼ ਵੱਜਦੇ ਹਨ ਕੀਰਤਨ ਦੇ, ਜਿਨ੍ਹਾਂ ਦੇ ਰਾਹੀਂ ਕੀਰਤਨ ਕੀਤਾ ਜਾਂਦਾ ਹੈ। ਸਮੇਂ ਦੇ ਨਾਲ ਇਹ ਵਾਜਾ ਵੀ ਗੁਰੂ ਘਰ ਦੇ ਵਿੱਚ ਆਇਆ, ਹਾਰਮੋਨੀਅਮ, ਪਰ ਇਹਦਾ ਬਹੁਤਾ ਸਮਾਂ ਨਹੀਂ ਹੋਇਆ ਹੈ ਗੁਰੂ ਘਰ ਵਿੱਚ ਆਇਆ ਹੋਇਆ। ਸਭ ਤੋਂ ਪਹਿਲਾਂ ਗੁਰੂ ਘਰ ਦੇ ਵਿੱਚ ਰਬਾਬ ਆਈ, ਸਭ ਤੋਂ ਪਹਿਲਾਂ ਗੁਰੂ ਘਰ ਦਾ ਕੀਰਤਨ ਰਬਾਬ ਦੇ ਨਾਲ ਆਰੰਭ ਹੋਇਆ। ਇਸੇ ਧਰਤੀ ਤੋਂ, ਸੁਲਤਾਨਪੁਰ ਲੋਧੀ ਦੀ ਧਰਤੀ ਤੋਂ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਜਦੋਂ ਉਦਾਸੀਆਂ ਆਰੰਭ ਕੀਤੀਆਂ, ਤੇ ਗਰੀਬ ਨਵਾਜ਼ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਰਬਾਬ ਦੀ ਬਖਸ਼ਿਸ਼ ਕੀਤੀ। ਭਾਈ ਮਰਦਾਨਾ ਸਾਹਿਬ ਜੀ ਭਰਵਾਣੀ ਨਗਰ ਦੇ ਵਿੱਚੋਂ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸਾਹਿਬ ਸ਼ੋਭਾ ਪਾਉਂਦਾ ਹੈ, ਸ੍ਰੀ ਮਾਨ ਸੰਤ ਬਾਬਾ ਤਾਰਾ ਸਿੰਘ ਜੀ ਸਰਿਆਲੀ ਵਾਲੇ ਗੁਰਮੁਖਾਂ ਮਹਾਂਪੁਰਖਾਂ ਨੇ ਉਸ ਅਸਥਾਨ ਦੀ ਸੇਵਾ ਕਰਵਾਈ। ਗੁਰਦੁਆਰਾ ਸ੍ਰੀ ਰਬਾਬ ਸਰ ਸਾਹਿਬ, ਉੱਥੋਂ ਭਾਈ ਫਿਰੰਦਾ ਜੀ ਦੇ ਪਾਸੋਂ ਭਾਈ ਮਰਦਾਨਾ ਜੀ ਰਬਾਬ ਲੈ ਕੇ ਆਏ ਸੀ। ਜਦੋਂ ਇੱਥੇ ਆਏ ਸੀ, ਭਾਈ ਫਿਰੰਦਾ ਜੀ ਨਾਲ ਹੀ ਆਏ ਸੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ, ਰਬਾਬ ਭੇਟ ਕਰਕੇ ਉਹ ਗਏ ਸਨ। ਤੇ ਸਭ ਤੋਂ ਪਹਿਲਾਂ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਭਾਈ ਮਰਦਾਨਾ ਜੀ ਨੇ ਰਬਾਬ ਇਸੇ ਧਰਤੀ ਤੇ ਵਜਾਈ, ਸੁਲਤਾਨਪੁਰ ਲੋਧੀ ਦੀ ਧਰਤੀ ਤੇ। ਫਿਰ ਇੱਥੋਂ ਹੀ ਬਾਬਾ ਜੀ ਚੜ੍ਹਿਆ ਸੋਧਣ ਧਰਤ ਲੁਕਾਈ, ਸਾਰੀ ਲੁਕਾਈ ਨੂੰ, ਸਾਰੀ ਧਰਤੀ ਨੂੰ ਸੋਧਣ ਵਾਸਤੇ, ਭੁੱਲਿਆਂ ਨੂੰ ਮਾਰਗ ਪਾਉਣ ਵਾਸਤੇ ਮਹਾਰਾਜ ਸਾਹਿਬ ਜੀ ਚੜ੍ਹੇ। ਬਾਬੇ ਤਾਰੇ ਚਾਰ ਚੱਕ, 9 ਖੰਡ, ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋ। ਤਾਂ ਇਹ ਸਭ ਤੋਂ ਪਹਿਲਾਂ ਗੁਰੂ ਘਰ ਦੇ ਵਿੱਚ ਰਬਾਬ ਆਈ, ਕੀਰਤਨ ਦੇ ਸਾਜ਼ਾਂ ਵਿੱਚੋਂ ਰਬਾਬ ਦੇ ਨਾਲ ਕੀਰਤਨ ਹੋਇਆ। ਸਾਡਾ ਵਿਰਸਾ ਬਹੁਤ ਅਮੀਰ ਹੈ ਹਰ ਇੱਕ ਪੱਖ ਤੋਂ ਹੀ, ਪਰ ਸਮੇਂ ਦੇ ਨਾਲ ਅਸੀਂ ਉਹਨਾਂ ਚੀਜ਼ਾਂ ਨੂੰ ਛੱਡਦੇ ਗਏ। ਸਭ ਤੋਂ ਪਹਿਲਾਂ ਰਬਾਬ ਦੇ ਨਾਲ ਗੁਰੂ ਘਰ ਦੇ ਵਿੱਚ ਕੀਰਤਨ ਹੋਇਆ, ਫਿਰ ਸਮੇਂ ਦੇ ਨਾਲ ਹੋਰ ਸਾਜ਼ ਆਏ। ਦਸਾਂ ਪਾਤਸ਼ਾਹੀਆਂ ਦੀ ਹਜ਼ੂਰੀ ਦੇ ਵਿੱਚ ਸਿਰੰਦਾ ਵੀ ਆਇਆ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੰਚਮ ਪਾਤਸ਼ਾਹ ਜੀ ਆਪ ਸਿਰੰਦੇ ਨਾਲ ਕੀਰਤਨ ਕਰਦੇ ਨੇ। ਇਸੇ ਤਰ੍ਹਾਂ ਤਾਊਸ, ਦਿਲਰੂਬਾ ਆਦਿਕ ਜਿਹੜੇ ਸਾਜ਼ ਹਨ, ਉਹਨਾਂ ਦੇ ਨਾਲ ਵੀ ਕੀਰਤਨ ਹੋਇਆ। ਮਿਰਦੰਗ, ਤਬਲਾ ਇਹ ਨਾਲ ਵੱਜਦੇ। ਘਰ ਘਰ ਬਾਬਾ ਗਾਵੀਏ, ਵੱਜਣ ਤਾਲ ਮਿਰਦੰਗ ਰਬਾਬਾ।
ਤਾਂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਵੀ ਜਿਸ ਸਤ ਸੰਗਤ ਰੂਪੀ ਸ੍ਰੇਸ਼ਟ ਭਾਗਾਂ ਵਾਲੇ ਘਰ ਦੇ ਵਿੱਚ ਵਾਜੇ ਪੰਜ ਸ਼ਬਦ, ਪੰਜ ਵਾਜੇ ਵੱਜਦੇ ਹਨ, ਪੰਜ ਪ੍ਰਕਾਰ ਦੇ ਸਾਜ਼ ਵੱਜਦੇ ਹਨ ਤੇ ਸ਼ਬਦ ਗਾਇਆ ਜਾਂਦਾ। ਸ਼ਬਦ ਦੀ ਪ੍ਰਧਾਨਤਾ ਹੈ, ਰਾਗਾਂ ਦੇ ਵਿੱਚ ਪਾ ਪਾ ਕੇ ਸ਼ਬਦ ਨੂੰ ਗਾਇਆ ਜਾਂਦਾ। ਇਸ ਕਰਕੇ ਗੁਰਮਤਿ ਸੰਗੀਤ ਦੇ ਵਿੱਚ ਜਦੋਂ ਗੁਰੂ ਘਰ ਦੇ ਕੀਰਤਨੀਏ ਕੀਰਤਨ ਕਰਦੇ ਹਨ ਜਾਂ ਕੀਰਤਨ ਸਿਖਾਉਂਦੇ ਹਨ, ਉਹ ਕਹਿੰਦੇ ਠੀਕ ਹੈ ਵੀ ਰਾਗ ਦੇ ਵਿੱਚ ਆਪਾਂ ਕੀਰਤਨ ਕਰਨਾ ਹੈ। ਰਾਗ ਇੱਕ ਭਾਂਡਾ ਹੈ, ਸਤਿਗੁਰੂ ਜੀ ਨੇ ਵੀ ਆਖਿਆ ਸੀ। ਜਦੋਂ ਗਰੀਬ ਨਵਾਜ ਸਾਹਿਬ ਜੀ ਦਾ ਮੇਲ ਹੋਇਆ ਸੀ ਪੀਰ ਦਸਤਗੀਰ ਦੇ ਨਾਲ, ਲੰਮਾ ਇਤਿਹਾਸ ਹੈ, ਹੋਰ ਵੀ ਕਈ ਕੌਤਕ ਹੋਏ ਸਨ। ਉਹਨਾਂ ਆਖਿਆ ਸੀ ਵੀ ਸਾਡੇ ਮਤ ਦੇ ਵਿੱਚ ਤਾਂ ਰਾਗ ਦੀ ਮਨਾਹੀ ਹੈ, ਤੁਸੀਂ ਰਾਗ ਗਾਇਆ ਹੈ, ਸਰੋਦ ਗਾਇਆ ਹੈ। ਉੱਥੇ ਵੀ ਸਤਿਗੁਰੂ ਜੀ ਨੇ ਆਖਿਆ ਸੀ ਵੀ ਰਾਗ ਇੱਕ ਭਾਂਡਾ ਹੈ ਤੇ ਵਿੱਚ ਜੋ ਅਸੀਂ ਸ਼ਬਦ ਪਾ ਕੇ ਗਾਉਣੇ ਆ ਨਾ, ਕਰਤਾ ਪੁਰਖ ਦੀ ਸਿਫਤ, ਕਰਤਾ ਪੁਰਖ ਦੀ ਕੀਰਤੀ, ਇਹ ਵਸਤੂ ਹੈ ਭਾਂਡੇ ਵਿੱਚ ਪਾਈ ਜਾਣ ਵਾਲੀ। ਤੇ ਮਹਾਰਾਜ ਨੇ ਉੱਥੇ ਬਚਨ ਕੀਤਾ ਸੀ, ਭਾਂਡਾ ਕੋਈ ਵੀ ਹੋਵੇ, ਭਾਂਡੇ ਦੀ ਗੱਲ ਨਹੀਂ, ਗੱਲ ਤੇ ਹੈ ਵੀ ਵਿੱਚ ਪਾ ਕੇ ਕੀ ਛਕਿਆ ਜਾ ਰਿਹਾ, ਕੀ ਖਾਧਾ ਪੀਤਾ ਜਾ ਰਿਹਾ। ਭਾਂਡਾ ਭਾਵੇਂ ਮਿੱਟੀ ਦਾ ਹੋਵੇ ਪਰ ਉਹਦੇ ਵਿੱਚ ਵਸਤੂ ਚੰਗੀ ਪਾ ਕੇ ਕੋਈ ਛਕੇ। ਭਾਂਡਾ ਮਿੱਟੀ ਦਾ ਹੋਵੇ ਭਾਵੇਂ ਭਾਂਡਾ ਸੋਨੇ ਦਾ ਹੋਵੇ, ਜੇ ਵਿੱਚ ਕੋਈ ਜ਼ਹਿਰ ਪਾ ਕੇ ਪੀਂਦਾ ਹੈ ਤੇ ਉਹਦੀ ਮੌਤ ਹੁੰਦੀ ਹੈ, ਜੇ ਅੰਮ੍ਰਿਤ ਪਾ ਕੇ ਪੀਂਦਾ ਹੈ ਤੇ ਉਹਨੂੰ ਜੀਵਨ ਮਿਲਦਾ ਹੈ। ਇਸ ਕਰਕੇ ਰਾਗ ਇੱਕ ਭਾਂਡਾ ਹੈ। ਉਹ ਰਾਗ ਨੂੰ ਕਿਹੜੇ ਪਾਸੇ ਵਰਤਿਆ ਜਾਂਦਾ ਹੈ? ਮਹਾਰਾਜ ਨੇ ਆਖਿਆ ਸੀ ਤੁਹਾਡੇ ਬਜ਼ੁਰਗਾਂ ਨੇ ਤਾਂ ਰਾਗ ਦੀ ਮਨਾਹੀ ਕੀਤੀ ਕਿਉਂਕਿ ਰਾਗ ਰੂਪੀ ਭਾਂਡੇ ਵਿੱਚ ਜ਼ਹਿਰ ਪਾ ਕੇ ਪੀਤਾ ਜਾਂਦਾ ਸੀ। ਭਾਵ ਗੰਦੇ ਮੰਦੇ ਗੀਤ ਰਾਗ ਦੇ ਵਿੱਚ, ਰਾਗ ਤਾਂ ਉਹੀ ਹੈ, ਸਾਜ਼ ਉਹੀ ਵੱਜਦੇ, ਰਾਗ ਉਹੀ ਵੱਜਦੇ, ਵਿੱਚ ਗੰਦੇ ਮੰਦੇ ਗੀਤ ਪਾ ਕਰਕੇ ਜਦੋਂ ਗਾਇਆ ਜਾਵੇ ਤੇ ਫਿਰ ਉਹ ਜ਼ਹਿਰ ਹੈ। ਤੇ ਰਾਗ ਦੇ ਵਿੱਚ ਪਾ ਕੇ ਜਦੋਂ ਸ਼ਬਦ ਨੂੰ ਗਾਇਆ ਜਾਵੇ ਤੇ ਸ਼ਬਦ ਅੰਮ੍ਰਿਤ ਹੈ। ਤਾਂ ਇਸ ਕਰਕੇ ਗੁਰਮਤਿ ਦੇ ਕੀਰਤਨੀਏ ਜਿਸ ਵੇਲੇ ਰਾਗ ਗਾਉਂਦੇ ਹਨ, ਉਹ ਕਹਿੰਦੇ ਵੀ ਠੀਕ ਹੈ, ਰਾਗ ਦੇ ਵਿੱਚ ਕੀਰਤਨ ਗਾਉਣਾ ਹੈ, ਸਮੇਂ ਦਾ ਰਾਗ ਗਾਇਨ ਕਰਨਾ ਹੈ, ਪਰ ਸ਼ਬਦ ਨੂੰ ਉੱਪਰ ਰੱਖਣਾ ਹੈ, ਰਾਗ ਨੂੰ ਨਹੀਂ ਉੱਪਰ। ਇਸ ਕਰਕੇ ਉਹ ਸ਼ਬਦ ਨੂੰ ਉੱਪਰ ਰੱਖਦੇ ਹਨ, ਰਾਗ ਨੂੰ ਗਾਉਂਦੇ ਹਨ, ਪਰ ਰਾਗ ਨੂੰ ਇੱਕ ਭਾਂਡਾ ਸਮਝਦੇ ਹਨ। ਸ਼ਬਦ ਦੀ ਮਹਾਨਤਾ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜੋ ਸਤ ਸੰਗਤ ਰੂਪੀ ਘਰ ਦੇ ਵਿੱਚ ਇਹ ਪੰਜ ਤਰ੍ਹਾਂ ਦੇ ਵਾਜੇ ਵੱਜਦੇ ਹਨ, ਪੰਜ ਪ੍ਰਕਾਰ ਦੇ ਸਾਜ਼ ਵੱਜਦੇ, ਉਹਨਾਂ ਸਾਜ਼ਾਂ ਦੇ ਦੁਆਰਾ ਵਾਜੇ ਪੰਜ ਸ਼ਬਦ, ਫਿਰ ਪੰਜਾਂ ਸਾਜ਼ਾਂ ਦੇ ਦੁਆਰਾ ਸ਼ਬਦ ਵੱਜਦਾ ਹੈ। ਵੱਜਣ ਨਾਮ ਤੋਂ ਭਾਵ ਸ਼ਬਦ ਪ੍ਰਗਟ ਹੁੰਦਾ ਹੈ, ਸ਼ਬਦ ਗਾਇਆ ਜਾਂਦਾ ਹੈ। ਤਿਤ ਘਰ, ਤਿਸ ਘਰ ਦੇ ਵਿੱਚ, ਜਿਸ ਸਤ ਸੰਗਤ ਰੂਪੀ ਘਰ ਦੇ ਵਿੱਚ ਪੰਜਾਂ ਸਾਜ਼ਾਂ ਦੇ ਦੁਆਰਾ ਸ਼ਬਦ ਗਾਇਆ ਜਾਂਦਾ ਹੈ, ਫਿਰ ਉਹ ਘਰ ਸੁਭਾਗਾ ਹੈ, ਸ੍ਰੇਸ਼ਟ ਭਾਗਾਂ ਵਾਲਾ ਘਰ ਬਣ ਜਾਂਦਾ ਹੈ। ਸਤ ਸੰਗਤ ਸੁਭਾਗਾ ਹੈ, ਸ੍ਰੇਸ਼ਟ ਭਾਗਾਂ ਵਾਲਾ ਘਰ ਹੈ, ਕਿਉਂਕਿ ਇੱਥੇ ਤਰ੍ਹਾਂ ਤਰ੍ਹਾਂ ਦੇ ਸਾਜ਼ਾਂ ਦੇ ਨਾਲ ਧੁਰ ਕੀ ਬਾਣੀ ਦਾ ਸ਼ਬਦ ਪ੍ਰਗਟ ਹੁੰਦਾ ਹੈ, ਸ਼ਬਦ ਗਾਇਆ ਜਾਂਦਾ ਤੇ ਗਾਉਣ ਵਾਲਿਆਂ ਨੂੰ ਵੀ, ਸ਼ਬਦ ਕੀਰਤਨ ਕਰਨ ਵਾਲਿਆਂ ਨੂੰ ਵੀ ਵੱਡੇ ਭਾਗਾਂ ਵਾਲੇ ਫਿਰ ਆਖਿਆ ਜਾਂਦਾ ਹੈ, ਤੇ ਸ਼ਬਦ ਸੁਣਨ ਵਾਲਿਆਂ ਨੂੰ ਵੀ ਵੱਡੇ ਭਾਗਾਂ ਵਾਲੇ ਆਖਿਆ ਜਾਂਦਾ। ਤਾਂ ਹੀ ਮਹਾਰਾਜ ਨੇ ਆਖਿਆ ਨਾ, ਆਨੰਦ ਸੁਣੋ ਵੱਡ ਭਾਗੀ ਹੋ, ਵੱਡ ਭਾਗੀ ਹੋ ਆਖਿਆ ਕਿ ਭਾਈ ਤੁਸੀਂ ਵੱਡੇ ਭਾਗਾਂ ਵਾਲੇ ਹੋ।
ਅਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਣ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਇਸੇ ਪ੍ਰਕਾਰ ਵਾਜੇ ਪੰਚ ਸ਼ਬਦ। ਪੰਚ ਨਾਮ ਉਹ ਸ੍ਰੇਸ਼ਟ ਚੇਤਨ ਸੱਤਾ ਦੇਣ ਵਾਲੇ ਪ੍ਰਭੂ ਦਾ ਵੀ ਹੈ। ਸ਼ਬਦ ਜਿੱਥੇ ਗੁਰੂ ਕੇ ਸ਼ਬਦ ਦਾ ਨਾਮ ਹੈ, ਉੱਥੇ ਸ਼ਬਦ ਨਾਮ ਬ੍ਰਹਮ ਦਾ ਵੀ ਹੈ। ਉਹ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਦੇ ਸ਼ਬਦ ਨੂੰ ਜਿਸ ਘਰ ਦੇ ਵਿੱਚ ਗਾਇਆ ਜਾਂਦਾ ਹੈ, ਉਹ ਘਰ ਵੀ ਸ੍ਰੇਸ਼ਟ ਭਾਗਾਂ ਵਾਲਾ। ਜਿੱਥੇ ਸਤ ਸੰਗਤ ਰੂਪੀ ਘਰ ਸ੍ਰੇਸ਼ਟ ਹੈ, ਉੱਥੇ ਪ੍ਰਤੱਖ ਗੁਰਸਿੱਖਾਂ ਦੇ ਘਰ ਜਿਹੜੇ ਹਨ। ਜਿੱਥੇ ਕਿਸੇ ਘਰ ਦੇ ਵਿੱਚ ਗੁਰੂ ਕੇ ਸਿੱਖ ਰਹਿੰਦੇ, ਆਪਣੇ ਘਰਾਂ ਦੇ ਵਿੱਚ ਜਦੋਂ ਸ਼ਬਦ ਨੂੰ ਗਾਉਂਦੇ, ਬਾਣੀ ਨੂੰ ਪੜ੍ਹਦੇ ਹਨ, ਨਿਤਨੇਮ ਕਰਦੇ ਹਨ, ਤਾਂ ਉਹ ਘਰ ਵੀ ਸ੍ਰੇਸ਼ਟ ਭਾਗਾਂ ਵਾਲਾ। ਕਿਸ ਘਰ ਨੂੰ ਮਹਾਰਾਜ ਸਾਹਿਬ ਜੀ ਨੇ ਵਸਿਆ ਹੋਇਆ ਆਖਿਆ ਹੈ? ਗਰੀਬ ਨਵਾਜ ਕਹਿੰਦੇ ਜਿੱਥੇ ਨਾਮ ਜਪਿਆ ਜਾਂਦਾ, ਉਹ ਘਰ ਵਸਦਾ ਹੈ। ਤੇ ਜਿਸ ਘਰ ਵਿੱਚ ਪ੍ਰਭੂ ਦਾ ਨਾਮ ਨਹੀਂ ਜਪਿਆ ਜਾਂਦਾ, ਬੰਦਗੀ ਨਹੀਂ ਕੀਤੀ ਜਾਂਦੀ, ਸਤਿਗੁਰੂ ਕਹਿੰਦੇ ਭਾਵੇਂ ਉਹ ਬੜਾ ਉੱਚਾ ਹੈ, ਬਹੁਤ ਪੱਕਾ ਹੈ, ਮਹੱਲ ਪਿਆ ਹੋਇਆ ਹੈ, ਪਰ ਸਤਿਗੁਰੂ ਜੀ ਉਸ ਘਰ ਨੂੰ ਵਸਦਾ ਘਰ ਨਹੀਂ ਕਹਿੰਦੇ। ਜਿੱਥੇ ਪ੍ਰਭੂ ਦਾ ਸ਼ਬਦ ਨਹੀਂ ਗਾਇਆ ਜਾਂਦਾ, ਉਹਨੂੰ ਸ੍ਰੇਸ਼ਟ ਭਾਗਾਂ ਵਾਲਾ ਘਰ ਨਹੀਂ ਕਹਿੰਦੇ ਹਨ ਮਹਾਰਾਜ। ਉਸ ਘਰ ਨੂੰ ਉਜੜਿਆ ਹੋਇਆ ਘਰ ਕਹਿੰਦੇ ਹਨ। ਭਾਵੇਂ ਉੱਥੇ ਪਰਿਵਾਰਕ ਮੈਂਬਰ ਰਹਿੰਦੇ ਹੋਣ, 5-7 ਜੀ ਘਰ ਦੇ ਰਹਿੰਦੇ ਹੋਣ, ਧਨ ਦੌਲਤ ਵੀ ਬਹੁਤ ਹੈ, ਸਾਰੇ ਪਦਾਰਥ ਵੀ ਹਨ ਖਾਣ ਪੀਣ ਪਹਿਨਣ ਹੰਡਾਉਣ ਵਾਸਤੇ, ਪਰ ਜੇ ਉਸ ਘਰ ਦੇ ਵਿੱਚ ਸ਼ਬਦ ਨਹੀਂ ਹੈ, ਜੇ ਉਸ ਘਰ ਦੇ ਵਿੱਚ ਬਾਣੀ ਨਹੀਂ ਪੜ੍ਹੀ ਜਾਂਦੀ ਹੈ, ਫਿਰ ਉਹ ਸ੍ਰੇਸ਼ਟ ਭਾਗਾਂ ਵਾਲਾ ਘਰ ਨਹੀਂ ਹੈ। ਕਿਉਂਕਿ ਸਤਿਗੁਰੂ ਜੀ ਨੇ ਆਖਿਆ, ਜਿੱਥੈ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੌਬਾਰੇ। ਜਿੱਥੈ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੌਬਾਰੇ। ਜਿੱਥੈ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੌਬਾਰੇ। ਜਿੱਥੈ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੌਬਾਰੇ। ਜਿੱਥੈ ਨਾਮ ਨ ਜਪੀਐ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਜਿੱਥੈ ਨਾਮ ਨ ਜਪੀਐ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਜਿੱਥੈ ਨਾਮ ਨ ਜਪੀਐ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਜਿੱਥੈ ਨਾਮ ਨ ਜਪੀਐ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਭਲੀ ਸੁਹਾਵੀ ਛਾਪਰੇ, ਜਾ ਮਹਿ ਗੁਣ ਗਾਏ। ਭਲੀ ਸੁਹਾਵੀ ਛਾਪਰੇ, ਜਾ ਮਹਿ ਗੁਣ ਗਾਏ। ਭਲੀ ਸੁਹਾਵੀ ਛਾਪਰੇ, ਜਾ ਮੈਂ ਗੁਣ ਗਾਏ। ਭਲੀ ਸੁਹਾਵੀ ਛਾਪਰੀ, ਜਾ ਮੈਂ ਗੁਣ ਗਾਏ। ਇਤਿ ਕਾਮ ਨ ਧੌਲ ਹਰ, ਜਿਤ ਹਰ ਬਿਸਰਾਏ।
ਕਿਤ ਹੀ ਕਾਮ ਨਾ ਧੌਲ ਹਰ ਜਿਤ ਹਰ ਬਿਸਰਾਏ। ਕਿਤਿ ਕਾਮ ਨਾ ਧੌਲ ਹਰ ਜਿਤ ਹਰ ਬਿਸਰਾਏ। ਕਿਤਿ ਕਾਮ ਨਾ ਧੌਲ ਹਰ ਜਿਤ ਹਰ ਬਿਸਰਾਏ। ਜਿਸ ਪ੍ਰਤੱਖ ਘਰ ਦੇ ਵਿੱਚ ਪ੍ਰਭੂ ਜੀ ਦਾ ਨਾਮ ਜਪਿਆ ਜਾਂਦਾ ਹੈ, ਸ਼ਬਦ ਪ੍ਰਗਟ ਹੁੰਦਾ ਹੈ, ਔਰ ਸਾਜ਼ਾਂ ਦੇ ਨਾਲ ਵੀ ਜਿਸ ਘਰ ਦੇ ਵਿੱਚ ਗੁਰਬਾਣੀ ਦਾ ਕੀਰਤਨ ਕੀਤਾ ਜਾਂਦਾ ਹੈ, ਔਰ ਜਿਹੜੇ ਗੁਰਸਿੱਖ ਬਾਣੀ ਪੜ੍ਹਨ ਵਾਲੇ ਉਹ ਆਪਣੇ ਘਰਾਂ ਵਿੱਚ ਸਵੇਰ ਸ਼ਾਮ ਦਾ ਨਿਤਨੇਮ ਕਰਦੇ ਹਨ, ਉਹ ਘਰ ਸ੍ਰੇਸ਼ਟ ਭਾਗਾਂ ਵਾਲੇ ਹਨ। ਵਾਜੇ ਪੰਚ ਸ਼ਬਦ, ਜਿੱਥੇ ਪੰਚ ਸ੍ਰੇਸ਼ਟ ਗੁਰੂ ਦਾ ਸ਼ਬਦ ਵਾਜੇ ਪ੍ਰਗਟ ਹੁੰਦਾ ਹੈ। ਪ੍ਰਗਟ ਕਿਵੇਂ ਹੋਣਾ ਹੈ? ਜਿਸ ਵੇਲੇ ਸ਼ਬਦ ਨੂੰ ਜਪਿਆ ਜਾਂਦਾ ਹੈ, ਸ਼ਬਦ ਨੂੰ ਉਚਾਰਨ ਕੀਤਾ ਜਾਂਦਾ ਹੈ, ਸ਼ਬਦ ਨੂੰ ਭਾਵੇਂ ਨਿਤਨੇਮ ਰੂਪ ਦੇ ਵਿੱਚ ਪੜ੍ਹਿਆ ਜਾਂਦਾ ਹੈ ਜਾਂ ਕੀਰਤਨ ਰੂਪ ਦੇ ਵਿੱਚ ਗਾਇਆ ਜਾਂਦਾ ਹੈ, ਤੇ ਫਿਰ ਸ਼ਬਦ ਪ੍ਰਗਟ ਹੁੰਦਾ। ਤਿਤ ਘਰ ਸੁਭਾਗੈ, ਉਹ ਘਰ ਜਿਹੜੇ ਹਨ ਸ੍ਰੇਸ਼ਟ ਭਾਗਾਂ ਵਾਲੇ ਆ, ਜਿਨ੍ਹਾਂ ਘਰਾਂ ਵਿੱਚ ਗੁਰੂ ਦਾ ਸ਼ਬਦ ਗਾਇਆ ਜਾਂਦਾ, ਸੁਣਿਆ ਜਾਂਦਾ। ਤਾਂ ਜਿੱਥੇ ਨਹੀਂ ਗਾਇਆ ਜਾਂਦਾ ਫਿਰ ਇਹਦੇ ਤੋਂ ਉਲਟ ਹੋ ਗਿਆ ਨਾ, ਕਿ ਉਹ ਫਿਰ ਭਾਗਾਂ ਵਾਲੇ ਨਹੀਂ ਹਨ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਫਰਮਾਇਆ, ਕਬੀਰ ਜਹ ਘਰ ਸਾਧ ਨਾ ਸੇਵੀਆ ਹੈ, ਹਰ ਕੀ ਸੇਵਾ ਨਾਹੇ, ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹੇ। ਭਗਤ ਸਾਹਿਬ ਜੀ ਕਹਿੰਦੇ ਵੀ ਜਿਸ ਘਰ ਵਿੱਚ ਸਾਧ ਸੰਗਤ ਦੀ ਸੇਵਾ ਨਹੀਂ ਹੈ, ਹਰੀ ਪਰਮੇਸ਼ਰ ਦੀ ਸੇਵਾ ਨਹੀਂ, ਪ੍ਰਭੂ ਦਾ ਸਿਮਰਨ ਨਹੀਂ ਹੈ, ਭਗਤ ਜੀ ਕਹਿੰਦੇ ਉਹ ਘਰ ਤਾਂ ਮੜੀਆਂ ਦੇ ਤੁੱਲ ਹਨ। ਤੇ ਘਰ ਮਰਹਟ ਸਾਰਖੇ, ਸਾਰਖੇ ਕਹਿੰਦੇ ਬਰਾਬਰ ਨੂੰ, ਮਰਘਟ ਕਹਿੰਦੇ ਮੜੀਆਂ, ਸ਼ਮਸ਼ਾਨ ਘਾਟ ਨੂੰ। ਭਗਤ ਜੀ ਕਹਿੰਦੇ ਉਹ ਮੜੀਆਂ ਦੇ ਤੁੱਲ ਹਨ ਘਰ, ਤੇ ਰਹਿਣ ਵਾਲੇ ਉਹਨਾਂ ਘਰਾਂ ਵਿੱਚ ਭੂਤ ਬਸਾ ਹੈ ਤਿੰਨ ਮਾਹੇ। ਘਰ ਦੇ ਵਿੱਚ ਜੀਵ ਭੂਤਨਿਆਂ ਦੀ ਤਰ੍ਹਾਂ। ਉਹ ਘਰ ਸ੍ਰੇਸ਼ਟ ਭਾਗਾਂ ਵਾਲੇ ਆ, ਜਿੱਥੇ ਵਾਹਿਗੁਰੂ ਜੀ ਦਾ ਸ਼ਬਦ ਬਾਣੀ ਪੜ੍ਹੀ ਜਾਂਦੀ ਹੈ। ਨਹੀਂ ਤੇ ਜੀਵ ਜਿਉਂਦਾ ਜਾਗਦਾ ਭੂਤਨੇ ਦੇ ਤੁੱਲ ਹੈ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰੀ ਧੀ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਆਖਿਆ ਨਾਮ ਤੋਂ ਟੁੱਟ ਕੇ ਸਾਰਾ ਜੀਵ, ਸਾਰੇ ਪਰਿਵਾਰ ਦੇ ਮੈਂਬਰ ਹੀ ਭੂਤਨਿਆਂ ਦੀ ਤੁੱਲ ਹਨ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ, ਪੁੱਤ ਜਨੂਰਾ ਧੀ ਜਨੂਰੀ। ਪੁੱਤ ਵੀ ਭੂਤਨਾ ਆਖਿਆ, ਧੀ ਵੀ ਭੂਤਨੀ। ਜੋਰੂ ਜਿਨ੍ਹਾਂ ਦਾ ਸਿਕਦਾਰ, ਜੋਰੂ ਮਾਤਾ ਨੂੰ ਆਖਿਆ, ਮਾਂ ਨੂੰ ਆਖਿਆ। ਨਾਮ ਬਾਣੀ ਤੋਂ ਟੁੱਟ ਕੇ ਮਾਂ ਵੀ ਭੂਤਨਿਆਂ ਦਾ ਸਰਦਾਰ। ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਸ਼ਬਦ ਹੈ। ਤਾਂ ਜਿਨ੍ਹਾਂ ਘਰਾਂ 'ਚ ਸ਼ਬਦ ਦਾ ਪ੍ਰਵਾਹ ਚੱਲਦਾ ਹੈ, ਉਹ ਘਰ ਸ੍ਰੇਸ਼ਟ ਭਾਗਾਂ ਵਾਲੇ। ਜਿੱਥੇ ਸਤ ਸੰਗਤ ਰੂਪੀ ਘਰ ਨੂੰ ਆ ਜ਼ਿਕਰ ਕੀਤਾ ਹੈ, ਪ੍ਰਤੱਖ ਘਰਾਂ ਦਾ ਜ਼ਿਕਰ ਕੀਤਾ ਹੈ, ਉੱਥੇ ਸਾਡੇ ਸਰੀਰ ਨੂੰ ਔਰ ਸਾਡੇ ਹਿਰਦੇ ਨੂੰ ਵੀ ਗੁਰਬਾਣੀ 'ਚ ਘਰ ਆਖਿਆ। ਇਹ ਸਰੀਰ ਨੂੰ ਵੀ ਇੱਕ ਮੰਦਰ ਆਖਿਆ, ਇਹਨੂੰ ਵੀ ਇੱਕ ਮਕਾਨ ਆਖਿਆ ਹੈ। ਸਾਡਾ ਹਿਰਦਾ ਜਿਹੜਾ ਹੈ, ਇਸ ਨੂੰ ਵੀ ਘਰ ਆਖਿਆ। ਗਰੀਬ ਨਵਾਜ ਕਹਿੰਦੇ ਵੀ ਜਿਸ ਹਿਰਦੇ ਰੂਪੀ ਘਰ ਦੇ ਵਿੱਚ ਵਾਜੇ ਪੰਚ ਸ਼ਬਦ, ਗੁਰੂ ਸਾਹਿਬ ਜੀ ਦੇ ਸ੍ਰੇਸ਼ਟ ਸ਼ਬਦ ਜਪੇ ਜਾਂਦੇ ਹਨ, ਗਾਏ ਜਾਂਦੇ ਹਨ, ਜਿਸ ਸਰੀਰ, ਜਿਸ ਰਸਨਾ ਤੋਂ, ਤੇ ਜਿਸ ਹਿਰਦੇ ਦੇ ਵਿੱਚ ਇਹ ਸ੍ਰੇਸ਼ਟ ਸ਼ਬਦ ਪ੍ਰਗਟ ਹੁੰਦੇ ਹਨ, ਹਿਰਦੇ ਵਿੱਚ ਵਸਦੇ ਹਨ। ਤਿਤ ਘਰ ਸੁਭਾਗਿਓ, ਹਿਰਦੇ ਰੂਪੀ ਘਰ ਸ੍ਰੇਸ਼ਟ ਭਾਗਾਂ ਵਾਲੇ ਹਨ। ਉਹ ਹਿਰਦੇ ਰੂਪੀ ਘਰ ਜਿਹੜੇ ਵਸਦੇ ਰਸਦੇ ਹਨ। ਤੇ ਫਿਰ ਪੰਜ ਸ਼ਬਦ ਦਾ ਮਹਾਂਪੁਰਖਾਂ ਨੇ ਅਰਥ ਪੰਜ ਗੁਣ ਵੀ ਕੀਤਾ ਹੈ।
ਸਤ, ਸੰਤੋਖ, ਦਇਆ, ਧਰਮ, ਧੀਰਜ। ਸੋ ਇਹ 5 ਸ਼ਬਦ ਉਸ ਹਿਰਦੇ ਰੂਪੀ ਘਰ ਦੇ ਵਿੱਚ ਵਾਜੇ ਜਿੱਥੇ ਪ੍ਰਗਟ ਹੁੰਦੇ ਹਨ। ਉਹ ਹਿਰਦਾ ਰੂਪੀ ਘਰ ਸ੍ਰੇਸ਼ਟ ਭਾਗਾਂ ਵਾਲਾ, ਉਹ ਹਿਰਦਾ ਸ਼ੁਭ ਗੁਣਾ ਕਰਕੇ ਹਰਿਆ ਭਰਿਆ ਹੈ। ਜਿੱਥੇ ਸਤ ਹੈ, ਜਿਸ ਹਿਰਦੇ ਦੇ ਵਿੱਚ ਸੰਤੋਖ ਹੈ, ਜਿਸ ਹਿਰਦੇ ਵਿੱਚ ਦਇਆ ਹੈ, ਜਿੱਥੇ ਧਰਮ ਵਿਚਾਰ ਹੈ, ਜਿਸ ਹਿਰਦੇ ਵਿੱਚ ਧੀਰਜ ਹੈ, ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਉਹ ਹਿਰਦਾ ਰੂਪੀ ਘਰ ਜਿਹੜਾ ਹੈ ਸ੍ਰੇਸ਼ਟ ਭਾਗਾਂ ਵਾਲਾ। ਜਿਹੜਾ ਭਾਈ ਸ਼ਬਦ ਦੇ ਨਾਲ ਜੁੜਦਾ ਹੈ ਤੇ ਉਸ ਹਿਰਦੇ ਦੇ ਵਿੱਚ ਅਥਵਾ ਉਸ ਗੁਰਮੁਖ ਦੇ 10ਵੇਂ ਦੁਆਰ ਦੇ ਵਿੱਚ ਵੀ 5 ਸ਼ਬਦ ਜਿਹੜੇ ਹਨ ਉਹ ਵੱਜਣ ਲੱਗ ਪੈਂਦੇ ਹਨ। ਜੋ ਜੋਗੀਆਂ ਨੇ 5 ਸ਼ਬਦਾਂ ਦਾ ਵੱਖਰਾ ਜ਼ਿਕਰ ਕੀਤਾ ਹੈ। ਉਹ 5 ਪ੍ਰਕਾਰ ਦੀਆਂ ਆਵਾਜ਼ਾਂ, 5 ਪ੍ਰਕਾਰ ਦੇ ਜੋ ਸ਼ਬਦ ਹਨ ਉਹ ਨਾਮ ਨਾਲ ਜੁੜੇ ਹੋਏ ਗੁਰਮੁਖਾਂ ਦੇ 10ਵੇਂ ਦੁਆਰ ਦੇ ਵਿੱਚ ਵੀ ਉਹ ਵਾਜੇ 5 ਸ਼ਬਦ, 5 ਪ੍ਰਕਾਰ ਦੇ ਜੋ ਸ਼ਬਦ ਹਨ ਉਹ ਪ੍ਰਗਟ ਹੁੰਦੇ ਹਨ। ਉਸ ਗੁਰਮੁਖਾਂ ਦੇ ਹਿਰਦੇ ਵਿੱਚ ਵਾਜੇ 5 ਸ਼ਬਦ ਸ੍ਰੇਸ਼ਟ ਸਤਿਨਾਮ ਵਾਹਿਗੁਰੂ ਸ਼ਬਦ ਦੇ ਵਾਜੇ ਵੱਜਦੇ ਹਨ ਤੇ ਉਹਨਾਂ ਦਾ ਹਿਰਦਾ ਘਰ ਜਿਹੜਾ ਉਹ ਸ੍ਰੇਸ਼ਟ ਭਾਗਾਂ ਵਾਲਾ ਹੈ। ਘਰ ਸੁਭਾਗੈ ਸ਼ਬਦ ਵਾਜੇ। ਮਹਾਰਾਜ ਕਹਿੰਦੇ ਉਹ ਘਰ ਸਤ ਸੰਗਤ ਰੂਪੀ ਘਰ ਸ੍ਰੇਸ਼ਟ ਭਾਗਾਂ ਵਾਲੇ, ਉਹ ਪ੍ਰਤੱਖ ਜੀਵਾਂ ਦੇ ਘਰ ਜਿੱਥੇ ਇਹ ਸਰੀਰ ਧਾਰੀ ਜੀਵ ਰਹਿੰਦੇ ਹਨ, ਜਿਨ੍ਹਾਂ ਕਮਰਿਆਂ ਦੇ ਵਿੱਚ, ਜਿਨ੍ਹਾਂ ਘਰਾਂ ਵਿੱਚ ਰਹਿੰਦੇ ਹਨ, ਜਿੱਥੇ ਸ਼ਬਦ ਵਾਜੇ, ਸ਼ਬਦ ਪ੍ਰਗਟ ਹੁੰਦਾ ਹੈ, ਸ਼ਬਦ ਦੇ ਵਾਜੇ ਵੱਜਦੇ ਹਨ, ਸ਼ਬਦ ਦੀਆਂ ਗੁਜਾਰਾਂ ਪੈਂਦੀਆਂ ਹਨ, ਸ਼ਬਦ ਗੂੰਜਦਾ ਹੈ, ਉਹ ਪ੍ਰਤੱਖ ਘਰ ਵੀ ਸ੍ਰੇਸ਼ਟ ਭਾਗਾਂ ਵਾਲੇ ਹਨ। ਉਹ ਸਰੀਰਾਂ ਰੂਪੀ ਘਰ ਵੀ ਸ੍ਰੇਸ਼ਟ ਭਾਗਾਂ ਵਾਲੇ ਹਨ ਜਿਨ੍ਹਾਂ ਸਰੀਰਾਂ ਦੁਆਰਾ ਸ਼ਬਦ ਵਾਜੇ, ਸ਼ਬਦ ਦਾ ਪ੍ਰਗਟ ਹੋਣਾ ਹੁੰਦਾ ਹੈ। ਭਾਵ ਸ਼ਬਦ ਉਚਾਰਿਆ ਜਾਂਦਾ ਹੈ, ਰਸਨਾ ਤੋਂ ਕੰਨਾਂ ਨਾਲ ਸੁਣਿਆ ਜਾਂਦਾ ਹੈ। ਉਹ ਸਰੀਰ ਵੀ ਸ੍ਰੇਸ਼ਟ ਭਾਗਾਂ ਵਾਲੇ ਹਨ ਤੇ ਉਹ ਹਿਰਦੇ ਰੂਪੀ ਘਰ, 10ਵੇਂ ਦੁਆਰ ਰੂਪੀ ਘਰ, ਉਹ ਹਿਰਦਿਆਂ ਰੂਪੀ ਘਰ ਵੀ ਸ੍ਰੇਸ਼ਟ ਭਾਗਾਂ ਵਾਲੇ ਹਨ ਜਿੱਥੇ ਸ਼ਬਦ ਵਾਜੇ, ਸ਼ਬਦ ਦਾ ਵਾਜਾ ਵੱਜਦਾ। ਜਿਸ ਥਾਂ ਦੇ ਉੱਤੇ ਸ਼ਬਦ ਪ੍ਰਗਟ ਹੁੰਦਾ ਹੈ, ਸ਼ਬਦ ਦਾ ਉਚਾਰਨ ਹੁੰਦਾ ਹੈ। ਕਲਾ ਜਿਤ ਘਰ ਧਾਰੀਆ। ਪਰ ਕਿਸ ਥਾਂ ਦੇ ਉੱਤੇ ਸ਼ਬਦ ਦੇ ਵਾਜੇ ਵੱਜਦੇ ਆ? ਕਿਹੜੇ ਘਰ ਸ੍ਰੇਸ਼ਟ ਭਾਗਾਂ ਵਾਲੇ ਹਨ? ਜਿਨ੍ਹਾਂ ਘਰਾਂ ਦੇ ਵਿੱਚ ਵਾਹਿਗੁਰੂ ਜੀ ਨੇ ਆਪਣੀ ਕਲਾ ਧਾਰੀ ਹੋਈ ਹੈ, ਆਪਣੀ ਸ਼ਕਤੀ ਧਾਰਨ ਕੀਤੀ ਹੈ। ਕਿਉਂਕਿ ਜਿੱਥੇ ਵਾਹਿਗੁਰੂ ਜੀ ਦੀ ਕਲਾ ਸ਼ਕਤੀ ਪ੍ਰਗਟ ਹੁੰਦੀ ਹੈ ਨਾ, ਉੱਥੇ ਹੀ ਸ਼ਬਦ ਦਾ ਉਚਾਰਨ ਹੁੰਦਾ। ਸਤ ਸੰਗਤ ਰੂਪੀ ਘਰ ਦੇ ਵਿੱਚ ਵੀ ਵਾਹਿਗੁਰੂ ਜੀ ਦੀ ਕਲਾ ਵਰਤਦੀ ਹੈ ਤਾਂ ਸ਼ਬਦ ਦਾ ਉਚਾਰਨ ਹੁੰਦਾ। ਜਿਨ੍ਹਾਂ ਘਰਾਂ ਦੇ ਵਿੱਚ ਸ਼ਬਦ ਗਾਇਆ ਜਾਂਦਾ ਹੈ, ਸ਼ਬਦ ਸੁਣਿਆ ਜਾਂਦਾ ਹੈ, ਉਹਨਾਂ ਘਰਾਂ ਦੇ ਵਿੱਚ ਵੀ ਵਾਹਿਗੁਰੂ ਜੀ ਦੀ ਕਲਾ ਧਾਰੀ ਆ। ਉਹ ਕਲਾ ਧਾਰੀ ਹੋਈ ਹੈ, ਟਿਕਾਈ ਹੋਈ ਹੈ ਸ਼ਕਤੀ ਆਪਣੀ, ਆਪਣੀ ਕਲਾ ਉੱਥੇ ਵਰਤਾਈ ਵਾਹਿਗੁਰੂ ਜੀ। ਪ੍ਰਭੂ ਦੀ ਕਲਾ ਵਰਤਦੀ ਹੈ। ਕਲਾ ਜਿਤ ਘਰ ਧਾਰੀਆ। ਆਪਣੀ ਕਲਾ ਜਿਤ ਜਿਸ ਥਾਂ ਤੇ, ਜਿਸ ਘਰ ਦੇ ਵਿੱਚ ਧਾਰੀਆ ਟਿਕਾਈ ਹੋਈ ਨਾ, ਉਸ ਫਿਰ ਘਰ ਦੇ ਵਿੱਚ ਸ਼ਬਦ ਦੇ ਵਾਜੇ ਵੱਜਦੇ। ਭਾਵੇਂ ਉਹ ਸਤ ਸੰਗਤ ਰੂਪੀ ਘਰ ਹੈ, ਭਾਵੇਂ ਗੁਰਸਿੱਖਾਂ ਦੇ ਰਹਿਣ ਵਾਲੇ ਘਰ ਹਨ, ਭਾਵੇਂ ਸਰੀਰ ਰੂਪੀ ਘਰ ਹੈ, ਭਾਵੇਂ ਹਿਰਦਾ ਰੂਪੀ ਘਰ ਹੈ, ਉਹਨਾਂ ਹਿਰਦਿਆਂ ਰੂਪੀ ਘਰਾਂ ਦੇ ਵਿੱਚ ਵੀ ਸ਼ਬਦ ਦੇ ਵਾਜੇ ਉਦੋਂ ਹੀ ਵੱਜਦੇ ਜਦੋਂ ਵਾਹਿਗੁਰੂ ਜੀ ਦੀ ਕਲਾ ਉੱਥੇ ਵਰਤਦੀ ਹੈ। ਪ੍ਰਭੂ ਦੀ ਕਲਾ ਦੇ ਨਾਲ ਹੀ ਸ਼ਬਦ ਦੇ ਵਾਜੇ ਵੱਜਦੇ ਹਨ। ਤੇ ਕਲਾ ਦਾ ਅਰਥ ਮਹਾਂਪੁਰਖਾਂ ਨੇ ਸ਼ਰਧਾ ਵੀ ਕੀਤਾ ਹੈ ਕਿ ਜਿਨ੍ਹਾਂ ਘਰਾਂ ਦੇ ਵਿੱਚ ਵਾਹਿਗੁਰੂ ਜੀ ਨੇ ਆਪਣੀ ਸ਼ਰਧਾ ਰੂਪੀ ਕਲਾ ਧਾਰੀ ਆ, ਇਹ ਕਲਾ ਸ਼ਰਧਾ ਰੂਪੀ ਕਲਾ ਜਿਨ੍ਹਾਂ ਘਰਾਂ ਦੇ ਵਿੱਚ ਟਿਕਾਈ ਹੋਈ ਹੈ ਨਾ, ਧਾਰਨ ਕੀਤੀ ਹੈ। ਜਿਸ ਸਰੀਰ ਵਿੱਚ ਸ਼ਰਧਾ ਟਿਕ ਜਾਵੇਗੀ, ਜਿਸ ਹਿਰਦੇ ਵਿੱਚ ਸ਼ਰਧਾ ਪੈਦਾ ਹੋਵੇਗੀ, ਉਸ ਹਿਰਦੇ ਦੇ ਵਿੱਚੋਂ ਹੀ ਫਿਰ ਸ਼ਬਦ ਦਾ ਉਚਾਰਨ ਹੋਵੇਗਾ। ਸ਼ਰਧਾ ਤੋਂ ਬਿਨਾਂ ਕਿੱਥੇ ਸ਼ਬਦ ਨਾਲ ਜੁੜਿਆ ਜਾਂਦਾ ਹੈ? ਸ਼ਰਧਾ ਵਾਲਾ ਹੀ ਸ਼ਰਧਾਵਾਨੰ ਲਭਤੇ ਗਿਆਨੰ। ਕਹਿੰਦੇ ਸ਼ਰਧਾ ਵਾਲਿਆਂ ਨੂੰ ਗਿਆਨ ਲੱਭਦਾ ਹੈ।
ਸ਼ਰਧਾ ਵਾਲੇ ਹੀ ਸਤ ਸੰਗਤ ਦੇ ਵਿੱਚ ਚੱਲ ਕੇ ਆਉਂਦੇ ਹਨ। ਭਾਵਨਾ ਵਾਲੇ ਆ ਕੇ ਭਾਵਨਾ ਦੇ ਨਾਲ ਗੁਰੂ ਜੀ ਨੂੰ ਨਮਸਕਾਰ ਕਰਦੇ ਹਨ, ਗੁਰੂ ਜੀ ਦੀਆਂ ਪਰਿਕਰਮਾ ਕਰਦੇ ਹਨ, ਚੌਂਕੜਾ ਲਾ ਕੇ ਸੰਗਤ 'ਚ ਬੈਠਦੇ ਹਨ, ਰਸਨਾ ਤੋਂ ਸ਼ਬਦ ਪੜ੍ਹਦੇ ਹਨ, ਸਰਵਣਾ ਨਾਲ ਸ਼ਬਦ ਸੁਣਦੇ ਹਨ, ਕਥਾ ਕੀਰਤਨ ਦੇ ਵਿੱਚ ਹਾਜ਼ਰੀ ਭਰਦੇ ਹਨ। ਸ਼ਰਧਾ ਵਾਲੇ ਆਪਣੇ ਘਰਾਂ ਦੇ ਵਿੱਚ ਗੁਟਕਾ ਸਾਹਿਬ, ਪੋਥੀ ਸਾਹਿਬ ਲੈ ਕੇ ਗੁਰਬਾਣੀ ਦਾ ਪਾਠ ਕਰਦੇ ਹਨ। ਸ਼ਰਧਾ ਵਾਲਿਆਂ ਦੇ ਹਿਰਦੇ ਦੇ ਵਿੱਚ ਸ਼ਬਦ ਵਸਦਾ ਹੈ। ਇਸ ਕਰਕੇ ਜਿਨ੍ਹਾਂ ਘਰਾਂ ਦੇ ਵਿੱਚ ਵਾਹਿਗੁਰੂ ਜੀ ਨੇ ਆਪਣੀ ਕਲਾ ਟਿਕਾਈ ਹੋਈ ਹੈ, ਆਪਣੀ ਸੱਤਿਆ ਟਿਕਾਈ ਹੋਈ ਹੈ, ਆਪਣੀ ਸ਼ਰਧਾ ਟਿਕਾਈ ਹੋਈ ਹੈ, ਉੱਥੇ ਫਿਰ ਸ਼ਬਦ ਦੇ ਵਾਜੇ ਵੱਜਦੇ ਹਨ। ਪੰਚ ਦੂਤ ਤੁਧ ਵਸ ਕੀਤੇ। ਇਹ ਵਾਹਿਗੁਰੂ ਜੀ ਜਿਨ੍ਹਾਂ ਨੂੰ ਆਪ ਜੀ ਨੇ ਸ਼ਬਦ ਦੀ ਦਾਤ ਬਖਸ਼ਿਸ਼ ਕੀਤੀ ਨਾ, ਨਾਮ ਦੇ ਵਾਜੇ ਵਜਾਏ ਜਿਨ੍ਹਾਂ ਦੇ ਹਿਰਦੇ ਵਿੱਚ, ਫਿਰ ਆਪ ਜੀ ਨੇ ਆਪਣੀ ਕਿਰਪਾ ਦੁਆਰਾ ਪੰਚ ਦੂਤ, ਇਹ ਜਿਹੜੇ ਪੰਜ ਦੂਤ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤੁਧ ਵਸ ਕੀਤੇ। ਤੁਧ ਆਪ ਜੀ ਨੇ ਤੁਸੀਂ ਉਹਨਾਂ ਗੁਰਮੁਖਾਂ ਦੇ ਵਸ ਵਿੱਚ ਕੀਤੇ, ਵਸ ਕਰ ਦਿੱਤੇ, ਜਿਨ੍ਹਾਂ ਤੋਂ ਤੁਸੀਂ ਸ਼ਬਦ ਦਾ ਅਭਿਆਸ ਕਰਵਾਇਆ, ਸ਼ਬਦ ਦੀ ਕਮਾਈ ਕਰਵਾਈ। ਪੰਜ ਜਿਹੜੇ ਵਿਕਾਰਾਂ ਰੂਪੀ ਦੂਤ ਹਨ, ਇਹਨਾਂ ਦੂਤਾਂ ਨੂੰ ਉਹਨਾਂ ਗੁਰਮੁਖਾਂ ਦੇ ਵਸ ਵਿੱਚ ਕਰ ਦਿੱਤਾ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹੁ ਅਤੋਲ ਤੂੰ, ਤੇਰਾ ਅੰਤ ਨਾ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰਿ ਉਤਾਰਿਆ, ਲਬ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ, ਤੁਧ ਸਭ ਪਰਵਾਰਿਆ। ਸਹਿਤ ਪਰਿਵਾਰ ਦੇ ਇਹਨਾਂ ਵਿਕਾਰਾਂ ਨੂੰ ਆਪ ਜੀ ਨੇ ਮਾਰ ਕੇ ਕੱਢ ਦਿੱਤਾ। ਇੱਕ ਇੱਕ ਵਿਕਾਰ ਦਾ ਕਿ ਪਰਿਵਾਰ ਬੜਾ ਲੰਮਾ ਹੈ। ਕਾਮ ਦਾ ਵੀ ਪਰਿਵਾਰ ਹੈ, ਕ੍ਰੋਧ ਦਾ ਵੀ ਪਰਿਵਾਰ ਹੈ, ਲੋਭ ਦਾ ਵੀ ਪਰਿਵਾਰ ਹੈ, ਮੋਹ ਦਾ ਵੀ ਅੱਗੇ ਪਰਿਵਾਰ ਹੈ, ਹੰਕਾਰ ਦਾ ਵੀ ਪਰਿਵਾਰ ਹੈ। ਭਾਵ ਇਹਨਾਂ ਤੋਂ ਅੱਗੇ ਹੋਰ ਇਹਨਾਂ ਦੇ ਨਾਲ ਦੇ ਸਾਥੀ ਵਿਕਾਰ ਹਨ, ਔਗਣ ਹਨ। ਇਹ ਪੰਜ ਦੂਤ ਜਿਨ੍ਹਾਂ ਨੇ ਜੀਵਾਂ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਹੈ, ਪੰਜਾਂ ਦੂਤਾਂ ਨੂੰ ਇਹ ਪ੍ਰਭੂ ਜੀ ਆਪ ਜੀ ਨੇ ਉਹਨਾਂ ਗੁਰਮੁਖਾਂ ਦੇ ਵਸ ਵਿੱਚ ਕਰ ਦਿੱਤਾ। ਕਾਲ ਕੰਟਕ ਮਾਰਿਆ। ਤੇ ਕਾਲ ਜੋ ਕੰਟਕ ਦੁਖਦਾਈ ਹੈ, ਕੰਟਕ ਦੁੱਖ ਦੇਣ ਵਾਲਾ ਹੈ, ਇਹ ਕਾਲ ਰੂਪੀ ਕੰਟਕ ਦੁਖਦਾਈ ਨੂੰ ਆਪ ਜੀ ਨੇ ਮਾਰ ਦਿੱਤਾ। ਜਿਹੜਾ ਕਾਲ ਸਾਰਿਆਂ ਨੂੰ ਮਾਰਨ ਵਾਲਾ ਹੈ ਨਾ, ਜਿਨ੍ਹਾਂ ਦੇ ਹਿਰਦੇ ਵਿੱਚ ਆਪ ਜੀ ਦਾ ਸ਼ਬਦ ਵਸ ਗਿਆ, ਉਹਨਾਂ ਦੇ ਉੱਪਰੋਂ ਤੁਸੀਂ ਕਾਲ ਨੂੰ ਵੀ ਮਾਰ ਦਿੱਤਾ। ਅਸਚਰਜ ਖੇਡ ਹੈ, ਕਾਲ ਸਾਰਿਆਂ ਨੂੰ ਮਾਰਦਾ ਹੈ, ਮੌਤ ਸਾਰਿਆਂ ਨੂੰ ਮਾਰਦੀ ਹੈ, ਪਰ ਵਾਹਿਗੁਰੂ ਜਿਨ੍ਹਾਂ ਉੱਤੇ ਆਪ ਜੀ ਨੇ ਕਿਰਪਾ ਕੀਤੀ, ਉਹਨਾਂ ਦੇ ਉੱਤੋਂ ਤੁਸੀਂ ਮੌਤ ਨੂੰ ਵੀ ਮਾਰ ਦਿੱਤਾ। ਕਾਲ ਕੰਟਕ ਮਾਰਿਆ। ਕਾਲ ਜਿਹੜਾ ਕੰਟਕ ਦੁਖਦਾਈ ਹੈ, ਉਸ ਕਾਲ ਨੂੰ ਆਪ ਜੀ ਨੇ ਮਾਰ ਦੇਣਾ ਕੀਤਾ। ਭਾਵ ਉਹਨਾਂ ਗੁਰਮੁਖਾਂ ਨੂੰ ਤੁਸੀਂ ਮੌਤ ਤੋਂ ਰਹਿਤ ਕਰ ਦਿੱਤਾ, ਅਮਰ ਕਰ ਦਿੱਤਾ। ਮੌਤ ਤਾਂ ਸਾਰਿਆਂ ਨੂੰ ਆਉਂਦੀ ਹੈ, ਪਰ ਗੁਰੂ ਸਾਹਿਬ ਜੀ ਨੇ ਆਖਿਆ ਜਿਹੜਾ ਸ਼ਬਦ ਨਾਲ ਜੁੜ ਜਾਂਦਾ ਹੈ, ਹਿਰਦਿਓਂ ਜੁੜ ਜਾਂਦਾ ਜਿਹੜਾ ਸ਼ਬਦ ਦੇ ਨਾਲ, ਉਹਨੂੰ ਮੌਤ ਵੀ ਨਹੀਂ ਮਾਰਦੀ, ਉਲਟਾ ਉਹ ਮੌਤ ਨੂੰ ਮਾਰ ਦਿੰਦਾ। ਮੌਤ ਤਾਂ ਸਭ ਸੰਸਾਰ ਤੇ ਆਉਂਦੀ ਹੈ, ਸਰੀਰਕ ਮੌਤ, ਪਰ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਕਿ ਵਾਹਿਗੁਰੂ ਪਰਮੇਸ਼ਰ ਉਸ ਮੌਤ ਨੂੰ ਵੀ ਮਾਰ ਦਿੰਦੇ। ਨਾਮ ਜਪਣ ਵਾਲਿਆਂ ਨੂੰ ਆਖਿਆ ਕਿ ਉਹ ਅਮਰ ਹੋ ਜਾਂਦੇ ਆ।
ਉਹ ਨਾਸ ਤੋਂ ਰਹਿਤ ਹੋ ਜਾਂਦੇ। ਮਹਾਰਾਜ ਨੇ ਆਖਿਆ ਉਹ ਮਰਦੇ ਹੀ ਨਹੀਂ ਹਨ। ਇਸ ਕਰਕੇ ਜਿਹੜੇ ਧਰਮ ਦੇ ਧਾਰਨੀ ਹੋ ਕਰਕੇ ਜਿਨ੍ਹਾਂ ਨੂੰ ਸਰੀਰਕ ਮੌਤ ਵੀ ਆਉਂਦੀ ਹੈ, ਉਹਨਾਂ ਵਾਸਤੇ ਗੁਰਬਾਣੀ ਦੇ ਵਿੱਚ ਬਚਨ ਆਏ ਆ ਕਿ ਭਾਈ ਐਸਾ ਗੁਰਮੁਖ ਜਦੋਂ ਸਰੀਰ ਛੱਡਦਾ ਹੈ ਤੇ ਉਹਨੂੰ ਰੋਵੋ ਨਾ। ਮਹਾਰਾਜ ਕਿਉਂ ਨਾ ਰੋਈਏ? ਤੇ ਗੁਰੂ ਸਾਹਿਬ ਕਹਿੰਦੇ ਵੀ ਇਹ ਸੰਸਾਰੀ ਦ੍ਰਿਸ਼ਟੀ ਦੇ ਵਿੱਚ ਹੀ ਸੰਸਾਰ ਦੇ ਲੋਕ ਹੀ ਕਹਿੰਦੇ ਹਨ ਕਿ ਮਰ ਗਿਆ ਹੈ, ਇਸ ਨੂੰ ਮੌਤ ਆ ਗਈ ਹੈ, ਸਰੀਰ ਤਿਆਗ ਗਿਆ ਹੈ। ਪਰ ਸਤਿਗੁਰੂ ਕਹਿੰਦੇ ਅਸਲ ਦੇ ਵਿੱਚ ਉਹਨੇ ਸਰੀਰ ਰੂਪੀ ਚੋਲਾ ਹੀ ਤਿਆਗਿਆ ਹੈ, ਉਹ ਅਮਰ ਹੋ ਗਿਆ, ਉਹ ਅਬਿਨਾਸੀ ਹੋ ਗਿਆ। ਕੋਈ ਇਨਸਾਨ ਆਪਣੇ ਕੱਪੜੇ ਬਦਲਣ ਦੇ ਨਾਲ ਮਰਦਾ ਨਹੀਂ ਹੁੰਦਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਉਹ ਤਾਂ ਅਮਰ ਅਬਿਨਾਸੀ ਹੋ ਗਿਆ। ਇਸ ਕਰਕੇ ਜਿਨ੍ਹਾਂ ਨੇ ਧਰਮ ਦੇ ਵਿੱਚ ਚੱਲਦਿਆਂ ਹੋਇਆਂ, ਸੱਚ ਤੇ ਚੱਲਦਿਆਂ ਹੋਇਆਂ, ਭਾਵੇਂ ਸ਼ਾਂਤੀ ਪੂਰਵਕ ਸਰੀਰ ਤਿਆਗਿਆ, ਸ਼ਹਾਦਤਾਂ ਵੀ ਪ੍ਰਾਪਤ ਕੀਤੀਆਂ। ਕਈਆਂ ਨੇ ਜ਼ਬਰ ਜ਼ੁਲਮ ਦਾ ਮੁਕਾਬਲਾ ਸਬਰ ਸ਼ਾਂਤੀ ਦੇ ਨਾਲ ਕਰਦਿਆਂ ਹੋਇਆਂ ਸਰੀਰ ਤਿਆਗਿਆ। ਕਈਆਂ ਨੇ ਜੂਝ ਕੇ ਵੀਰ ਰਸ ਦੇ ਨਾਲ ਜ਼ਬਰ ਜ਼ੁਲਮ ਦਾ ਮੁਕਾਬਲਾ ਵੀਰ ਰਸ ਦੇ ਨਾਲ, ਸ਼ਸਤਰਾਂ ਦੇ ਨਾਲ ਕਰਦਿਆਂ ਹੋਇਆਂ ਲੜ ਕਰਕੇ ਸਰੀਰ ਤਿਆਗਿਆ। ਤੇ ਉਹਨਾਂ ਨੂੰ ਅਮਰ ਆਖਿਆ ਜਾਂਦਾ, ਉਹਨਾਂ ਨੂੰ ਅਬਿਨਾਸੀ ਆਖਿਆ ਜਾਂਦਾ, ਉਹਨਾਂ ਨੂੰ ਸ਼ਹੀਦ ਆਖਿਆ ਜਾਂਦਾ ਹੈ। ਔਰ ਜਿਨ੍ਹਾਂ ਨੇ ਭਗਤੀ ਕਰਦਿਆਂ ਕਰਦਿਆਂ ਸਾਰਾ ਜੀਵਨ ਬਸਰ ਕੀਤਾ ਫਿਰ ਸਰੀਰ ਤਿਆਗਿਆ, ਉਹਨਾਂ ਵਾਸਤੇ ਵੀ ਗੁਰਬਾਣੀ ਦੇ ਅੰਦਰ ਐਸੇ ਬਚਨ ਆਏ ਹਨ ਕਿ ਉਹ ਅਮਰ ਹਨ, ਉਹ ਅਬਿਨਾਸੀ ਹਨ, ਕਿ ਉਹ ਨਾ ਆਉਂਦੇ ਨਾ ਜਾਂਦੇ, ਨਾ ਜੰਮਦੇ ਨਾ ਮਰਦੇ। ਉਹ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਭੇਦ ਹੋ ਗਏ। ਉਹਨਾਂ ਦਾ ਆਉਣਾ ਜਾਣਾ ਮੁੱਕ ਗਿਆ, ਪਰ ਕਈ ਵਾਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਉਹਨਾਂ ਨੂੰ ਆਉਣਾ ਪੈਂਦਾ ਹੈ ਸੰਸਾਰ ਤੇ ਪਰਉਪਕਾਰ ਕਰਨ ਵਾਸਤੇ। ਫਿਰ ਉਹ ਪਰਉਪਕਾਰ ਕਰਨ ਵਾਸਤੇ ਆਉਂਦੇ, ਉਂਝ ਉਹਨਾਂ ਦੇ ਉੱਤੇ ਕਾਲ ਦਾ ਕੋਈ ਪ੍ਰਭਾਵ ਨਹੀਂ। ਕਾਲ ਕੰਟਕ ਮਾਰਿਆ, ਕਾਲ ਜਿਹੜਾ ਦੁਖਦਾਈ ਹੈ ਨਾ, ਸਭ ਨੂੰ ਮਾਰਨ ਵਾਲਾ, ਉਹਨਾਂ ਗੁਰਮੁਖਾਂ ਦੇ ਉੱਤੋਂ ਕਾਲ ਨੂੰ ਵੀ ਮਾਰ ਦਿੱਤਾ ਪਰਮੇਸ਼ਰ ਵਾਹਿਗੁਰੂ ਜੀ, ਮੌਤ ਨੂੰ ਵੀ ਖਤਮ ਕਰ ਦਿੱਤਾ। ਉਹਨਾਂ ਦਾ ਡੇਰਾ ਮੌਤੋਂ ਵੀ ਪਰੇ ਹੋ ਗਿਆ। ਅਸੀਂ ਅਰਦਾਸ ਵਿੱਚ ਚੇਤੇ ਕਰਦੇ ਹਾਂ ਸ਼ਹੀਦਾਂ ਨੂੰ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਅਨਲੇਟ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਖਿਆ ਕਿ ਸੰਤ ਭਗਤ ਆਪਣੇ ਘਰੇ ਜਾਂਦੇ ਆ, ਉਹ ਮਰਦੇ ਨਹੀਂ ਹੁੰਦੇ। ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ, ਰੋਵਹੁ ਸਾਖਤ ਬਾਪਰੇ, ਜੋ ਹਾਟੈ ਹਾਟ ਵਿਕਾਏ। ਇਸ ਕਰਕੇ ਗੁਰੂ ਸਾਹਿਬ ਜੀ ਨੇ ਆਖਿਆ ਜੀਵਨਾ ਵੀ ਵੱਖਰਾ ਵੱਖਰਾ ਹੈ ਤੇ ਮਰਨਾ ਵੀ ਵੱਖਰਾ ਵੱਖਰਾ ਹੈ ਹਰ ਇੱਕ ਦਾ। ਇੱਕ ਉਹ ਹਨ ਜਿਹੜੇ ਮਰਦੇ ਆ ਤੇ ਆਪਣਾ ਮਰਨਾ ਵਿਗਾੜ ਲੈਂਦੇ ਹਨ, ਇੱਕ ਉਹ ਹਨ ਜਿਹੜੇ ਆਪਣਾ ਮਰਨਾ ਸਵਾਰ ਲੈਂਦੇ। ਇਕਨਾਂ ਨੂੰ ਆਖਿਆ ਹੈ ਮਨਮੁਖ ਮਰਹਿ ਮਰ ਮਰਨ ਵਿਗਾੜ ਹੈ, ਤੇ ਇਕਨਾਂ ਨੂੰ ਆਖਿਆ ਹੈ ਆਇਆ ਸਫਲਤਾਹੂ ਕਉ ਗਣੀਐ, ਜਾਸ ਰਸਨ ਹਰ ਹਰ ਜਸ ਭਣੀਐ। ਆਏ ਬਸਹਿ ਸਾਧੂ ਕੈ ਸੰਗੇ, ਅਣਦਿਨ ਨਾਮ ਧਿਆਵਹਿ ਰੰਗੇ। ਉਹਨਾਂ ਨੂੰ ਆਖਿਆ ਗੁਰਮੁਖ ਜਨਮ ਸਵਾਰ, ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ, ਸੱਚਾ ਪੇੜ ਮੱਲਿਆ। ਹੁਣ ਆਖਿਆ ਵੀ ਉਹ ਗੁਰਮੁਖ ਨੇ ਆਪਣਾ ਜਨਮ ਸਵਾਰ ਲਿਆ, ਉਹ ਸਰੀਰ ਤਿਆਗ ਕਰਕੇ ਸੱਚੀ ਦਰਗਾਹ ਵਿੱਚ ਗਿਆ, ਉਹਨੇ ਸੱਚਾ ਪੇੜ ਮੱਲਿਆ। ਇਹ ਵੀ ਆਖਿਆ ਵੀ ਉਹਨਾਂ ਨੂੰ ਸੱਦਿਆ ਪਰਮੇਸ਼ਰ ਨੇ ਤਾਂ ਉਹ ਚਲੇ ਗਏ ਆ, ਜਦੋਂ ਫੇਰ ਭੇਜੇਗਾ ਫੇਰ ਆ ਜਾਣਗੇ। ਗੁਰਮੁਖ ਸੱਦੇ ਜਾਨ ਆਵਨ ਕੱਲਿਆ, ਐਸੇ ਵਚਨ ਫਰਮਾਏ। ਜਿੱਥੇ ਸੰਸਾਰ ਦੀ ਹਾਲਤ ਗੁਰਬਾਣੀ ਅੰਦਰ ਬਿਆਨ ਕੀਤੀ ਹੈ, ਉੱਥੇ ਆਖਿਆ ਹੈ ਕਾਲ ਸਾਰਿਆਂ ਨੂੰ ਮਾਰਦਾ ਹੈ,
ਜਿੱਥੇ ਗੁਰਮੁਖਾਂ ਦੀ ਹਾਲਤ ਬਿਆਨ ਕੀਤੀ ਉੱਥੇ ਆਖਿਆ ਹੈ ਗੁਰਮੁਖਾਂ ਦੇ ਉੱਤੇ ਕਾਲ ਦਾ ਕੋਈ ਪ੍ਰਭਾਵ ਹੀ ਨਹੀਂ ਹੈ, ਮੌਤ ਦਾ ਕੋਈ ਪ੍ਰਭਾਵ ਹੀ ਨਹੀਂ ਹੈ। ਪਰ ਇਹ ਬਹੁਤ ਉੱਚੀ ਅਵਸਥਾ ਵਾਲਿਆਂ ਦੀ ਗੱਲ ਹੈ, ਜਿਹੜੇ ਅਸਲ ਵਿੱਚ ਗੁਰਮੁਖ ਹਨ ਉਹਨਾਂ ਦੀ ਗੱਲ ਹੈ। ਭਗਤ ਕਬੀਰ ਸਾਹਿਬ ਜੀ ਨੇ ਫਰਮਾਇਆ, ਜਦੋਂ ਪਹਿਲਾਂ ਸੰਸਾਰ ਦੀ ਹਾਲਤ ਬਿਆਨ ਕੀਤੀ ਤੇ ਕਹਿੰਦੇ ਐਸੋ ਇਹੋ ਸੰਸਾਰ ਵੇਖਣਾ ਰਹਿਣ ਨਾ ਕੋਊ ਪਈ ਹੈ ਰੇ। ਇਸ ਸੰਸਾਰ ਦੇ ਵਿੱਚ ਕੋਈ ਵੀ ਸਦੀਵੀ ਕਾਲ ਰਹਿੰਦਾ ਨਹੀਂ, ਹਰ ਇੱਕ ਨੂੰ ਜਾਣਾ ਪੈਂਦਾ। ਐਸੋ ਇਹੋ ਸੰਸਾਰ ਵੇਖਣਾ ਰਹਿਣ ਨਾ ਕੋਊ ਪਈ ਹੈ ਰੇ। ਸੂਦੇ ਸੂਦੇ ਰੇਗ ਚਲੋ ਤੁਮ ਨਤਾਰਕ ਧੱਕਾ ਦਿਵਈ ਹੈ ਰੇ। ਬਾਰੇ ਬੂਟੇ ਤਰਨੇ ਭਈਆ ਸਭੂ ਜੰਮ ਲੈ ਜਈ ਹੈ ਰੇ। ਕਹਿੰਦੇ ਭਾਵੇਂ ਬੱਚਾ ਹੋਵੇ, ਭਾਵੇਂ ਜਵਾਨ ਹੋਵੇ, ਭਾਵੇਂ ਬਿਰਧ ਅਵਸਥਾ ਵਿੱਚ ਹੋਵੇ, ਬਾਰੇ ਬੂਟੇ ਤਰਨੇ ਭਈਆ ਸਭੂ ਜੰਮ ਲੈ ਜਈ ਹੈ ਰੇ। ਮਾਨਸ ਬਪਰਾ ਮੂਸਾ ਕੀਨੋ ਮੀਚ ਬਿਲਈਆ ਖਈ ਹੈ ਰੇ। ਕਹਿੰਦੇ ਮਨੁੱਖ ਵਿਚਾਰਾ ਤੇ ਚੂਹੇ ਵਰਗਾ ਹੈ। ਮੂਸਾ ਕਹਿੰਦੇ ਚੂਹੇ ਨੂੰ। ਮੌਤ ਰੂਪੀ ਬਿੱਲੀ ਨੇ ਇਹਨੂੰ ਝਪਟ ਮਾਰਨੀ ਹੀ ਮਾਰਨੀ ਹੈ, ਮੌਤ ਰੂਪੀ ਬਿੱਲੀ ਨੇ ਇਹਨੂੰ ਖਾ ਹੀ ਜਾਣਾ ਹੈ। ਮਾਨਸ ਬਪਰਾ ਮੂਸਾ ਕੀਨੋ ਮੀਚ ਬਿਲਈਆ ਖਈ ਹੈ ਰੇ। ਧਨਵੰਤਾ ਅਰ ਨਿਰਧਨ ਮਨਈ। ਭਾਵੇਂ ਕੋਈ ਧਨ ਵਾਲਾ ਹੋਵੇ ਤੇ ਭਾਵੇਂ ਨਿਰਧਨ ਹੋਵੇ। ਧਨਵੰਤਾ ਅਰ ਨਿਰਧਨ ਮਨਈ ਤਾਂ ਕਿ ਕਛੂ ਨਾ ਕਾਨੀ ਰੇ। ਰਾਜਾ ਪਰਜਾ ਸਮਕਰ ਮਾਰੇ ਐਸੋ ਕਾਲ ਬਡਾਨੀ ਰੇ। ਕਾਲ ਕੰਟਕ ਜਿਹੜਾ ਹੈ ਉਹ ਐਸਾ ਬਲ ਵਾਲਾ ਹੈ, ਦੁਖਦਾਈ ਹੈ ਕਿ ਉਹ ਰਾਜੇ ਨੂੰ ਵੀ ਨਹੀਂ ਛੱਡਦਾ ਤੇ ਪਰਜਾ ਨੂੰ ਵੀ ਨਹੀਂ ਛੱਡਦਾ, ਬਰਾਬਰ ਮਾਰਦਾ, ਉਹ ਨਹੀਂ ਲਿਹਾਜ਼ ਕਰਦਾ। ਰਾਜਾ ਪਰਜਾ ਸਮਕਰ ਮਾਰੇ ਐਸੋ ਕਾਲ ਬਡਾਨੀ ਰੇ। ਇੱਥੋਂ ਤੀਕ ਤਾਂ ਹਾਲਤ ਜਿਹੜੀ ਉਹ ਦਰਸਾਈ ਸੰਸਾਰ ਦੀ। ਅੱਗੇ ਭਗਤ ਜੀ ਨੇ ਗੁਰਮੁਖਾਂ ਦੀ ਹਾਲਤ ਬਿਆਨ ਕੀਤੀ ਹੈ। ਆਖਿਆ ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ। ਜਿਹੜੇ ਹਰੀ ਦੇ ਸੇਵਕ, ਪ੍ਰਭੂ ਦੀ ਸੇਵਾ ਕਰਨ ਵਾਲੇ ਹਰੀ ਨੂੰ ਭਾ ਗਏ, ਉਹਨੂੰ ਚੰਗੇ ਲੱਗ ਗਏ, ਉਹਨਾਂ ਦੀ ਕਥਾ ਕੁਝ ਸੰਸਾਰ ਨਾਲੋਂ ਵੱਖਰੀ ਹੈ। ਸੰਸਾਰ ਦੇ ਉੱਤੇ ਕਾਲ ਦਾ ਪ੍ਰਭਾਵ ਹੈ, ਮੌਤ ਦਾ ਪ੍ਰਭਾਵ ਹੈ, ਪਰ ਹਰੀ ਦੇ ਸੇਵਕਾਂ ਦੀ ਕੋਈ ਸੰਸਾਰ ਨਾਲੋਂ ਵੱਖਰੀ ਕਥਾ ਹੈ। ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ। ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ। ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਰੇ। ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਰੇ। ਆਵਹਿ ਨ ਜਾਹਿ ਨ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਆਵਹਿ ਨ ਜਾਹਿ ਨ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਆਵਹਿ ਨ ਜਾਹਿ ਨ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਆਵਹਿ ਨ ਜਾਹਿ ਨ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਕਹਿੰਦੇ ਸੰਸਾਰ ਦੀ ਕਥਾ ਵੱਖਰੀ ਹੈ ਤੇ ਹਰੀ ਦੇ ਭਗਤਾਂ ਦੀ ਕਥਾ ਵੱਖਰੀ ਹੈ। ਨਾ ਉਹ ਆਉਂਦੇ ਆ, ਨਾ ਜਾਂਦੇ ਆ, ਤੇ ਨਾ ਕਦੇ ਮਰਦੇ ਆ। ਉਹ ਤਾਂ ਸਦਾ ਪਾਰ ਬ੍ਰਹਮ ਦੇ ਨਾਲ ਹੀ ਰਹਿੰਦੇ, ਜੀਵਨ ਵਿੱਚ ਵੀ ਤੇ ਸਰੀਰ ਤਿਆਗਣ ਤੋਂ ਬਾਅਦ ਵੀ ਪਾਰ ਬ੍ਰਹਮ ਦੇ ਨਾਲ ਹੀ ਰਹਿੰਦੇ। ਗਰੀਬ ਨਵਾਜ ਸਾਹਿਬ ਜੀ ਦੇ ਨਾਲ ਹੀ ਰਹਿੰਦੇ। ਇਸ ਕਰਕੇ ਉਹਨਾਂ ਦੀ ਕਥਾ ਸੰਸਾਰ ਦੀ ਕਥਾ ਨਾਲੋਂ ਵੱਖਰੀ ਹੈ। ਮਹਾਰਾਜ ਕਹਿੰਦੇ ਉਹਨਾਂ ਦੇ ਉੱਤੋਂ ਕਾਲ ਕੰਟਕ ਮਾਰਿਆ। ਵਾਹਿਗੁਰੂ ਪਰਮੇਸ਼ਰ ਜੀ ਆਪ ਜੀ ਨੇ ਜਿਹੜਾ ਕਾਲ ਸਾਰੇ ਜੀਵਾਂ ਦੇ ਉੱਤੇ ਇਹ ਦੁਖਦਾਈ ਬਣਾਇਆ ਹੋਇਆ ਨਾ, ਕੰਟਕ ਦੁੱਖ ਦੇਣ ਵਾਲਾ, ਸਭ ਸੰਸਾਰ ਨੂੰ ਕਾਲ, ਸਭ ਨੂੰ ਮੌਤ ਦਿੰਦਾ ਹੈ। ਇਹ ਕਾਲ ਕੰਟਕ ਵੀ ਆਪਣੇ ਪਿਆਰਿਆਂ ਦੇ ਉੱਤੋਂ ਤੁਸੀਂ ਮਾਰ ਦਿੱਤਾ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਤੁਸੀਂ ਆਪਣੇ ਨਾਮ ਦੇ ਵਾਜੇ ਪ੍ਰਗਟ ਕੀਤੇ, ਜਿਨ੍ਹਾਂ ਦੇ ਅਧੀਨ ਤੁਸੀਂ 5 ਦੂਤ ਵਸ ਕਰ ਦਿੱਤੇ। ਇਹ ਦੁਖਦਾਈ ਕਾਲ ਵੀ ਉਹਨਾਂ ਦੇ ਉੱਤੋਂ ਮਾਰ ਦਿੱਤਾ। ਉਹਨਾਂ ਵਿੱਚੋਂ ਇੱਕ ਸਨ ਐਸੇ ਗੁਰਮੁਖਾਂ ਦੇ ਵਿੱਚੋਂ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ। ਸੋ ਜਿਸ ਮਹਾਂਪੁਰਖ ਨੇ ਬਚਪਨ ਤੋਂ ਲੈ ਕਰਕੇ ਆਖਰੀ ਸਵਾਸ ਤੱਕ ਗੁਰਬਾਣੀ ਦਾ ਅਭਿਆਸ ਕੀਤਾ ਤੇ ਇੰਨਾ ਕੀਤਾ ਕਿ ਰੋਮ ਰੋਮ ਦੇ ਵਿੱਚ ਗੁਰਮੁਖ ਰੋਮ ਰੋਮ ਹਰ ਧਿਆਵੇ।
ਉਹ ਬ੍ਰਹਮ ਗਿਆਨੀ ਮਹਾਂਪੁਰਖ ਜਿਨ੍ਹਾਂ ਦਾ ਸਾਧ ਸੰਗਤ ਜੀ ਅੱਗੇ ਆਗਮਨ ਦਿਹਾੜਾ ਵੀ ਆਉਣ ਵਾਲਾ। ਐਸੇ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ। ਫਿਰ 4 ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਲਿਖੇ ਤੇ 1.25 ਮਣ ਦਾ ਕਮਰ ਕੱਸਾ ਹੁੰਦਾ ਸੀ ਬਾਬਾ ਜੀ ਦਾ। 1.25 ਮਣ ਦਾ। ਸਰੀਰ ਕਰਕੇ ਵੀ ਵੱਡੇ ਬਲੀ ਸਨ ਤੇ ਆਤਮਾ ਕਰਕੇ ਵੀ ਬਲੀ। ਸਰੀਰ ਕਰਕੇ ਵੀ ਬੜੇ ਤਕੜੇ ਸੀ ਬਾਬਾ ਜੀ। ਬ੍ਰਹਮਚਾਰੀ ਮਹਾਂਪੁਰਖ। ਗ੍ਰਸਤ ਨਹੀਂ ਸੀ ਧਾਰਨ ਕੀਤਾ ਬਾਬਾ ਦੀਪ ਸਿੰਘ ਸਾਹਿਬ ਜੀ। ਸ਼ਹੀਦ ਭਾਈ ਮਣੀ ਸਿੰਘ ਸਾਹਿਬ ਜੀ ਤੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ, ਜਿਨ੍ਹਾਂ ਦਾ ਆਪਸ ਵਿੱਚ ਬਹੁਤ ਜ਼ਿਆਦਾ ਪ੍ਰੇਮ ਸੀਗਾ। ਦੋਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ। ਸ਼ਹੀਦ ਭਾਈ ਮਣੀ ਸਿੰਘ ਸਾਹਿਬ ਜੀ ਗ੍ਰਸਤੀ ਹੋਏ ਹਨ। ਉਹਨਾਂ ਦੇ 10 ਪੁੱਤਰ ਸਨ ਭਾਈ ਮਣੀ ਸਿੰਘ ਸਾਹਿਬ ਜੀ ਦੇ, ਤੇ ਉਹ ਵੀ ਮਹਾਨ ਬਲੀ ਬਹਾਦਰ ਸੂਰਮੇ ਗੁਰੂ ਕੇ। ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਗ੍ਰਸਤ ਨਹੀਂ ਧਾਰਨ ਕੀਤਾ। ਦੋਵੇਂ ਹੀ ਮਾਰਗ ਹਨ ਗੁਰੂ ਘਰ ਦੇ ਵਿੱਚ। ਗ੍ਰਸਤ ਵਾਲਾ ਵੀ ਮਾਰਗ ਹੈ, ਗ੍ਰਸਤ ਨੂੰ ਵੀ ਪ੍ਰਧਾਨਤਾ ਦਿੱਤੀ ਹੈ, ਤੇ ਗ੍ਰਸਤ ਤੋਂ ਤਿਆਗ ਵਾਲਾ ਵੀ ਮਾਰਗ ਹੈ ਗੁਰੂ ਘਰ ਦੇ ਵਿੱਚ। ਇਹ ਜੋੜੀਆਂ ਆਈਆਂ ਇਤਿਹਾਸ ਦੇ ਵਿੱਚ, ਜਿਵੇਂ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਤੇ ਧੰਨ ਬਾਬਾ ਲਖਮੀ ਦਾਸ ਸਾਹਿਬ ਜੀ, ਦੋਨਾਂ ਨੇ ਪ੍ਰਭੂ ਭਗਤੀ ਕੀਤੀ। ਤੇ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਬ੍ਰਹਮਚਾਰੀ, ਉਹਨਾਂ ਨੇ ਗ੍ਰਸਤ ਨਹੀਂ ਧਾਰਨ ਕੀਤਾ, ਬਾਲ ਜਤੀ ਸਨ। ਤੇ ਧੰਨ ਬਾਬਾ ਲਖਮੀ ਦਾਸ ਸਾਹਿਬ ਜੀ ਸਤਿਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦੇ ਛੋਟੇ, ਉਹ ਗ੍ਰਸਤੀ ਸਨ। ਉਹਨਾਂ ਦੇ ਅੱਗੇ ਪੁੱਤਰ ਹੋਏ ਬਾਬਾ ਧਰਮ ਚੰਦ ਜੀ, ਜੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪੋਤਰੇ ਸਨ, ਬਾਬਾ ਧਰਮ ਚੰਦ। ਇਸੇ ਤਰ੍ਹਾਂ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਸਾਹਿਬ ਜੀ। ਬਾਬਾ ਬੁੱਢਾ ਸਾਹਿਬ ਜੀ ਗ੍ਰਸਤੀ ਹੋਏ ਆ। ਉਹਨਾਂ ਦੇ 4 ਸਪੁੱਤਰ ਸਨ ਬਾਬਾ ਜੀ ਦੇ, ਤੇ ਭਾਈ ਗੁਰਦਾਸ ਸਾਹਿਬ ਜੀ ਨੇ ਗ੍ਰਸਤ ਨਹੀਂ ਧਾਰਨ ਕੀਤਾ, ਪਰ ਉਹਨਾਂ ਨੇ ਆਪਣੀ ਰਚਨਾ ਵਿੱਚ ਗ੍ਰਸਤ ਦੀ ਮਹਾਨਤਾ ਦਰਸਾਈ ਹੈ, ਗ੍ਰਸਤ ਨੂੰ ਪ੍ਰਧਾਨ ਆਖਿਆ। ਇਸੇ ਤਰ੍ਹਾਂ ਹੀ ਭਾਈ ਮਣੀ ਸਿੰਘ ਸਾਹਿਬ ਜੀ ਤੇ ਬਾਬਾ ਦੀਪ ਸਿੰਘ ਸਾਹਿਬ ਜੀ। ਭਾਈ ਮਣੀ ਸਿੰਘ ਜੀ ਗ੍ਰਸਤੀ ਆ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਬਾਲ ਬ੍ਰਹਮਚਾਰੀ। ਤੇ 1.25 ਮਣ ਦਾ ਕਮਰ ਕੱਸਾ ਹੁੰਦਾ ਸੀ ਬਾਬਾ ਜੀ ਦਾ। ਕਮਰ ਕੱਸੇ ਤੋਂ ਭਾਵ ਇਹ ਨਹੀਂ ਕਿ ਇਕੱਲਾ ਲੱਕ ਨੂੰ ਲਾਉਣ ਵਾਲਾ ਹੀ 1.25 ਮਣ ਦਾ ਕਮਰ ਕੱਸਾ ਉਸ ਨੂੰ ਆਖਿਆ ਜਾਂਦਾ ਕਿ ਜਿੰਨਾ ਸਰੀਰ ਦੇ ਉੱਤੇ ਸਾਰੇ ਸ਼ਸਤਰ ਉਹ ਸਜਾਇਆ ਕਰਦੇ ਸਨ, ਉਹ ਸਾਰੇ ਨੂੰ ਕਮਰ ਕੱਸਾ ਕਿਹਾ ਜਾਂਦਾ। ਬਾਬਾ ਜੀ ਕੁਝ ਸ਼ਸਤਰ ਆਪਣੇ ਦਮਾਲੇ ਵਿੱਚ ਸਜਾਇਆ ਕਰਦੇ ਸਨ। ਕਿੱਡਾ ਵੱਡਾ ਖੰਡਾ ਤੇ ਉਹ ਦਮਾਲੇ ਦੇ ਸਾਹਮਣੇ ਲਾਇਆ ਕਰਦੇ ਸਨ ਬਾਬਾ ਦੀਪ ਸਿੰਘ ਸਾਹਿਬ। ਉਸ ਖੰਡੇ ਦਾ ਅੱਜ ਵੀ ਦਰਸ਼ਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਸ਼ਾਮ ਨੂੰ ਕਰਵਾਇਆ ਜਾਂਦਾ ਹੈ। ਤੇ ਭਾਈ ਸਾਹਿਬ ਜੀ ਜਦੋਂ ਸ਼ਸਤਰਾਂ ਦੇ ਦਰਸ਼ਨ ਕਰਵਾਉਂਦੇ ਆ ਤੇ ਉਹ ਖੰਡਾ ਫੜ ਕੇ ਦੱਸਦੇ ਆ ਵੀ ਇਹ ਖੰਡਾ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਹੈ, ਜੋ ਬਾਬਾ ਜੀ ਆਪਣੇ ਦਮਾਲੇ ਦੇ ਸਾਹਮਣੇ ਸਜਾਇਆ ਕਰਦੇ ਸਨ। ਉਦੋਂ ਬਾਅਦ ਫਿਰ ਬਾਬਾ ਜੀ ਦੇ ਦਮਾਲੇ ਤੇ ਸਜਾਉਣ ਵਾਲੇ ਚੱਕਰਾਂ ਦੇ ਦਰਸ਼ਨ ਕਰਾਉਂਦੇ ਆ ਤਖਤ ਸ੍ਰੀ ਅਕਾਲ ਤਖਤ ਸਾਹਿਬ। ਔਰ ਉਹ ਉੱਚੇ ਥੜੇ ਦੇ ਉੱਤੇ ਸੋਭਨੀਕ ਹਨ। ਅੰਦਰ ਪਾਲਕੀ ਸਾਹਿਬ ਦੇ ਵਿੱਚ ਮਹਾਰਾਜ ਦੇ ਸ਼ਸਤਰ ਵੀ ਤੇ ਸ਼ਹੀਦਾਂ ਸਿੰਘਾਂ ਦੇ ਸ਼ਸਤਰ ਵੀ। ਤੇ ਫਿਰ ਉਹ ਚੱਕਰ ਇੱਕ ਇੱਕ ਕਰਕੇ ਦਰਸ਼ਨ ਕਰਾਉਂਦੇ ਵੀ ਇਹ ਚੱਕਰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਮਾਲੇ ਵਿੱਚ ਸਜਾਉਣ ਵਾਲੇ ਹਨ। ਇੱਕ ਛੋਟਾ ਜਿਹਾ ਚੱਕਰ ਉਹਦੇ ਵੀ ਦਰਸ਼ਨ ਕਰਾਉਂਦੇ, ਜਿਸ ਦੇ ਇੱਕ ਪਾਸੇ ਮੂਲ ਮੰਤਰ ਲਿਖਿਆ ਹੋਇਆ, ਇੱਕ ਪਾਸੇ 10 ਗੁਰੂ ਸਾਹਿਬਾਂ ਦੇ ਨਾਮ ਲਿਖੇ ਹੋਏ। ਇਹ ਬਾਬਾ ਜੀ ਆਪਣੇ ਜੂੜੇ ਵਿੱਚ ਜਿਸ ਵੇਲੇ ਕੇਸਕੀ ਕਰਿਆ ਕਰਦੇ ਸਨ, ਥੱਲੇ ਜਿਹੜੀ ਛੋਟੀ ਦਸਤਾਰ ਦਮਾਲੇ ਤੋਂ ਹੇਠਾਂ, ਉਹਦੇ ਵਿੱਚ ਮਾਰੇ ਕੇਸਕੀ ਦੇ ਵਿੱਚ ਇਹ ਛੋਟਾ ਚੱਕਰੀ ਜਿਹੜੀ ਹੈ, ਛੋਟਾ ਚੱਕਰ ਸਜਾਇਆ ਕਰਦੇ ਸਨ। ਤਾਂ ਜਿੰਨੇ ਦਮਾਲੇ ਵਿੱਚ ਬਾਬਾ ਜੀ ਸ਼ਸਤਰ ਸਜਾਉਂਦੇ ਸੀ, ਆਪਣੇ ਸਰੀਰ ਦੇ ਉੱਤੇ ਸ਼ਸਤਰ ਪਹਿਨਿਆ ਕਰਦੇ ਸਨ, ਕਮਰ ਕੱਸਾ ਲਾਇਆ ਕਰਦੇ ਸੀ, ਉਹਨਾਂ ਸਾਰਿਆਂ ਦਾ ਜੋ ਤੋਲ ਮਿਣਤੀ ਕੀਤੀ ਜਾਂਦੀ ਸੀ ਤੇ ਕਹਿੰਦੇ ਵੀ 1.25 ਮਣ ਦਾ ਸਾਰਾ ਭਾਰ ਬਣਦਾ ਸੀ। 1.25 ਮਣ ਦਾ ਕਮਰ ਕੱਸਾ ਉਹ ਸਾਰਾ ਲਿਖਿਆ ਹੋਇਆ ਹੈ ਵੀ ਇੰਨੇ ਸ਼ਸਤਰ ਬਾਬਾ ਜੀ ਸਜਾਇਆ ਕਰਦੇ ਸਨ, ਐਸੇ ਬਲੀ ਬਹਾਦਰ। ਫਿਰ
100 ਤੋਂ ਵੱਧ ਤਾਂ ਜਪਜੀ ਸਾਹਿਬ ਦਾ ਪਾਠ ਹੀ ਬਾਬਾ ਜੀ ਕਰਦੇ ਸੀ ਰੋਜ਼ ਨਿਤਨੇਮ ਨਾਲ। ਤੇ ਹੋਰ ਬਾਕੀ ਜਿਹੜਾ 5 ਗ੍ਰੰਥੀ ਦਾ ਨਿਤਨੇਮ, 10 ਗ੍ਰੰਥੀ ਦਾ ਨਿਤਨੇਮ, ਹੁਣ ਕਿੰਨਾ ਕੁ ਕਿਹਾ ਜਾ ਸਕਦਾ ਹੈ ਉਹਨਾਂ ਦਾ? ਇਹ ਤਾਂ ਉਹੀ ਜਾਣਦੇ ਜਾਂ ਗੁਰੂ ਸਾਹਿਬ ਜਾਣਦੇ ਕਿ ਕਿੰਨਾ ਕੁ ਬਾਣੀ ਦਾ ਅਭਿਆਸ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਦਾ। ਜਿੱਥੇ ਗੁਰਬਾਣੀ ਲਿਖਣ ਦੀ ਸੇਵਾ ਕੀਤੀ। ਅਗਲੇ ਦਿਨਾਂ ਵਿੱਚ ਬਾਬਾ ਜੀ ਦਾ ਇਤਿਹਾਸ ਵਿਚਾਰਾਂਗੇ, ਜਿਵੇਂ ਗੁਰੂ ਸਾਹਿਬ ਕਿਰਪਾ ਕਰਨਗੇ। ਬਾਬਾ ਜੀ ਦਾ ਆਗਮਨ ਦਿਹਾੜਾ ਆਉਣ ਵਾਲਾ ਹੈ। ਅਖੀਰ ਫਿਰ ਬਾਬਾ ਜੀ ਨੇ ਜਦੋਂ ਦਰਬਾਰ ਸਾਹਿਬ ਦੀ ਬੇਅਦਬੀ ਹੋ ਰਹੀ ਸੀ, ਫਿਰ ਅਰਦਾਸ ਕਰਕੇ ਚੱਲੇ। ਤਰਨ ਤਾਰਨ ਸਾਹਿਬ ਜਾ ਕਰਕੇ ਫਿਰ ਅਰਦਾਸ ਕੀਤੀ ਸੀ। ਅੱਗੇ ਜਾ ਕਰਕੇ ਖੰਡੇ ਦੇ ਨਾਲ ਲਕੀਰ ਖਿੱਚੀ ਸੀ। 18 ਸਿਰ ਦਾ ਤੇ ਬਾਬਾ ਜੀ ਦਾ ਇਕੱਲਾ ਖੰਡਾ ਹੀ ਸੀ, ਬਾਬਾ ਦੀਪ ਸਿੰਘ ਸਾਹਿਬ ਜੀ ਦਾ। ਖੰਡੇ ਨਾਲ ਲਕੀਰ ਖਿੱਚੀ ਸੀ ਵੀ ਜਿਨ੍ਹਾਂ ਨੂੰ ਘਰ ਪਿਆਰਾ ਹੈ, ਧੀਆਂ ਪੁੱਤਰ ਦਾ ਮੋਹ ਹੈ, ਸੰਸਾਰ ਨਾਲ ਮੋਹ ਤਾਂ ਪਛਾਣ ਰਹੋ, ਤੇ ਜਿਨ੍ਹਾਂ ਨੂੰ ਦਰਬਾਰ ਸਾਹਿਬ ਪਿਆਰਾ ਹੈ ਉਹ ਛਾਲਾਂ ਮਾਰ ਕੇ ਅੱਗੇ ਲੰਘੋ, ਵੀ ਜਿਨ੍ਹਾਂ ਨੂੰ ਮੌਤ ਦਾ ਡਰ ਨਹੀਂ ਹੈ। ਫਿਰ ਕਹਿੰਦੇ ਆ ਵੀ ਛਾਲਾਂ ਮਾਰ ਮਾਰ ਕੇ ਕੋਈ ਵੀ ਪਿੱਛੇ ਨਹੀਂ ਸੀ ਰਿਹਾ, ਸਾਰੇ ਛਾਲਾਂ ਮਾਰ ਕੇ ਅੱਗੇ ਲੰਘ ਗਏ ਸੀ। ਤੇ ਬਾਬਾ ਜੀ ਫਿਰ ਅੱਗੇ ਗਏ। ਆਪਾਂ ਜਾਣਦੇ ਹਾਂ ਫਿਰ ਜੰਗ ਯੁੱਧ ਹੋਇਆ, ਤੇ ਜਦੋਂ ਸਾਂਝਾ ਵਾਰ ਹੋਇਆ ਤੇ ਉਸ ਵੇਲੇ ਜਿਹੜਾ ਜਰਨੈਲ ਬਾਬਾ ਜੀ ਦਾ ਮੁਕਾਬਲਾ ਕਰ ਰਿਹਾ ਸੀ, ਉਹਦਾ ਵੀ ਸਿਰ ਧੜ ਤੋਂ ਵੱਖਰਾ ਹੋਇਆ, ਬਾਬਾ ਜੀ ਦਾ ਵੀ ਸੀਸ ਧੜ ਤੋਂ ਵੱਖਰਾ ਹੋਇਆ। ਅਰਦਾਸ ਕੀਤੀ ਸੀ ਸ੍ਰੀ ਤਰਨ ਤਾਰਨ ਸਾਹਿਬ ਕਿ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਵਿੱਤਰ ਅਸਥਾਨ ਨੂੰ ਆਜ਼ਾਦ ਕਰਵਾ ਕੇ ਜ਼ਾਲਮਾਂ ਦੇ ਕੋਲੋਂ ਤੇ ਫਿਰ ਸਰੀਰ ਤਿਆਗਾਂਗਾ। ਜਦੋਂ ਸੀਸ ਧੜ ਤੋਂ ਵੱਖਰਾ ਹੋ ਗਿਆ ਤੇ ਪਾਸ ਸਿੰਘ ਨੇ ਖਲੋ ਕੇ ਬੇਨਤੀ ਕੀਤੀ ਕਿ ਬਾਬਾ ਜੀ ਤੁਸੀਂ ਤੇ ਅਰਦਾਸ ਕੀਤੀ ਸੀ, ਤੁਸੀਂ ਤਾਂ ਰਸਤੇ ਦੇ ਵਿੱਚ ਹੀ ਸ਼ਹੀਦੀ ਪਾ ਗਏ। ਤਾਂ ਉਸ ਮੌਕੇ ਦੇ ਉੱਤੇ ਕਾਵ ਰਸ ਦੇ ਵਿੱਚ ਹੋਰ ਤਰ੍ਹਾਂ ਵੀ ਰੰਗ ਭਰਿਆ ਕਿ ਹੋਣੀ ਨੇ ਉਸ ਵੇਲੇ ਆਖਿਆ। ਸਿੰਘ ਦਾ ਜ਼ਿਕਰ ਆਇਆ, ਸਿੰਘ ਨੇ ਬੇਨਤੀ ਕੀਤੀ ਕੋਲੇ ਖਲੋ ਕੇ, ਕਹਿੰਦੇ ਸਰੀਰ ਦੇ ਵਿੱਚ ਫੇਰ ਹਰਕਤ ਆਈ, ਸਾਰਾ ਸਰੀਰ ਹਿੱਲਿਆ। ਤੇ ਫਿਰ ਬਾਬਾ ਜੀ ਨੇ ਖੱਬੇ ਹੱਥ ਦੀ ਹਥੇਲੀ ਤੇ ਆਪਣਾ ਸੀਸ ਰੱਖ ਲਿਆ ਤੇ ਸੱਜੇ ਹੱਥ ਦੇ ਨਾਲ ਉਹੀ 18 ਸੇਰ ਦਾ ਖੰਡਾ ਹੱਥ ਵਿੱਚ ਹੀ ਹੈ, ਤੇ ਫਿਰ ਚੁੱਕ ਕੇ ਤੇ ਬਾਬਾ ਜੀ ਖੰਡਾ ਵਾਹੁੰਦੇ ਗਏ ਦਰਬਾਰ ਸਾਹਿਬ ਤੱਕ, ਕਿੰਨੇ ਮੀਲਾਂ ਤੱਕ। ਤੇ ਉਸ ਵੇਲੇ ਫਿਰ ਭਾਜਣਾ ਪੈ ਗਈਆਂ ਦੁਸ਼ਮਣ ਦੀ ਫੌਜ ਦੇ ਵਿੱਚ। ਕਹਿੰਦੇ ਜਿਉਂਦੇ ਤਾਂ ਸਿੱਖ ਲੜਦੇ ਹੀ ਆ, ਵੇਖੋ ਸਿਰ ਤਲੀ ਤੇ ਰੱਖ ਕੇ ਵੀ ਲੜਦੇ। ਤਾਂ ਇਹ ਗੁਰੂ ਕੀ ਕਲਾ ਹੈ। ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਉਹ ਪ੍ਰਭੂ ਦੇ ਭਗਤਾਂ ਦੀ, ਸੰਤਾਂ ਦੀ, ਗੁਰਮੁਖਾਂ ਦੀ ਜਿਹੜੀ ਕਥਾ ਉਹ ਸੰਸਾਰ ਨਾਲੋਂ ਵੱਖਰੀ ਹੈ। ਕਾਲ ਸਾਰੇ ਸੰਸਾਰ ਨੂੰ ਮਾਰਦਾ ਹੈ, ਪਰ ਪਰਮੇਸ਼ਰ ਦੇ ਜਿਹੜੇ ਪਿਆਰੇ ਆ ਉਹਨਾਂ ਤੋਂ ਵਾਹਿਗੁਰੂ ਜੀ ਆਪ ਜੀ ਨੇ ਕਾਲ ਦਾ ਦੁੱਖ ਵੀ ਦੂਰ ਕਰ ਦਿੱਤਾ। ਉਹਨਾਂ ਦੇ ਉੱਤੋਂ ਕਾਲ ਨੂੰ ਵੀ ਤੁਸੀਂ ਮਾਰ ਦਿੱਤਾ। ਉਹਨਾਂ ਨੇ ਮੌਤ ਨੂੰ ਵੀ ਮਾਰ ਲਿਆ, ਕਾਲ ਕੰਟਕ ਮਾਰਿਆ। ਇਹ ਜਿਹੜਾ ਕਾਲ ਸਾਰੇ ਸੰਸਾਰ ਦੇ ਵਾਸਤੇ ਤਾਂ ਦੁਖਦਾਈ ਹੈ, ਪਰ ਆਪਣੇ ਪਿਆਰਿਆਂ ਦੇ ਉੱਤੋਂ ਕਾਲ ਨੂੰ ਵੀ ਤੁਸੀਂ ਮਾਰ ਦਿੱਤਾ ਹੈ। ਧੁਰ ਕਰਮ ਪਾਇਆ ਤੁਧ ਜਿਨ ਕੋ। ਪਰ ਇਹ ਦਾਤ ਉਹਨਾਂ ਗੁਰਮੁਖਾਂ ਨੂੰ ਮਿਲੀ, ਹੇ ਵਾਹਿਗੁਰੂ ਜੀ, ਧੁਰ ਤੋਂ ਹੀ ਜਿਨ੍ਹਾਂ ਦੇ ਉੱਤੇ ਇਹ ਕਰਮ ਲੇਖ ਆਪ ਜੀ ਨੇ ਪਾ ਦਿੱਤਾ ਹੈ, ਜਿਨ੍ਹਾਂ ਨੂੰ ਇਹ ਕਰਮ ਪ੍ਰਾਪਤ ਹੋਏ ਹਨ। ਤੇ ਕਰਮ ਨਾਮ ਕਿਰਪਾ ਦਾ ਵੀ ਹੈ, ਬਖਸ਼ਿਸ਼ ਦਾ ਵੀ ਹੈ। ਧੁਰ ਤੋਂ ਹੀ ਆਪਣੀ ਕਿਰਪਾ ਦੇ ਨਾਲ हे ਪ੍ਰਭੂ ਜੀ ਆਪ ਜੀ ਨੇ ਜਿਨ੍ਹਾਂ ਦੇ ਉੱਤੇ ਐਸੀ ਬਖਸ਼ਿਸ਼ ਪਾ ਦਿੱਤੀ ਹੈ, ਐਸਾ ਕਰਮ ਲੇਖ ਲਿਖ ਦਿੱਤਾ ਹੈ। ਸੇ ਨਾਮ ਹਰਿ ਕੈ ਲਾਗੇ। ਸੇ ਉਹ ਜੀਵ ਹਰੀ ਆਪ ਜੀ ਦੇ ਨਾਮ ਨਾਲ ਲੱਗੇ, ਨਾਮ ਨਾਲ ਜੁੜੇ, ਤੇ ਐਸੇ ਜੁੜਿਆਂ ਹੋਇਆਂ ਦੀ ਕਥਾ ਸੁਣਨੀ, ਕਥਾ ਕਰਨੀ ਤੇ ਉਸ ਕਥਾ ਨੂੰ ਮੰਨਣਾ ਉਹੀ ਮੰਨ ਸਕਦਾ ਜਿਹੜਾ ਨਾਮ ਨਾਲ ਲੱਗੇਗਾ, ਨਾਮ ਨਾਲ ਜੁੜੇਗਾ। ਇੱਕ ਉਹ ਆ ਜਿਨ੍ਹਾਂ ਦੇ ਰੋਮ ਰੋਮ 'ਚ ਨਾਮ ਵਸਿਆ ਹੋਇਆ, ਤੇ ਇੱਕ ਉਹ ਵੀ ਆ ਸੰਸਾਰ ਦੇ ਜੀਵ ਜਿਹੜੇ ਭੁੱਲ ਕੇ ਵੀ ਨਾਮ ਨਹੀਂ ਲੈਂਦੇ। ਇੱਕ ਉਹ ਜਿਨ੍ਹਾਂ ਨੂੰ ਕਦੇ ਸੁਪਨੇ 'ਚ ਵੀ ਨਹੀਂ ਭੁੱਲਦਾ, ਤੇ ਇੱਕ ਉਹ ਆ ਜਿਹੜੇ ਭੁੱਲ ਕੇ ਵੀ ਨਹੀਂ ਲੈਂਦੇ। ਤੇ ਜਿਹੜੇ ਨਹੀਂ ਲੈਂਦੇ ਫਿਰ ਉਹਨਾਂ ਦੀ ਕਥਾ ਤੇ ਕਈ ਵਾਰੀ ਕਿੰਤੂ ਵੀ ਕਰਨ ਲੱਗ ਪੈਂਦੇ ਵੀ ਐਸਾ ਨਹੀਂ ਹੋ ਸਕਦਾ, ਵੈਸਾ ਨਹੀਂ ਹੋ ਸਕਦਾ। ਹਾਂ, ਸਾਡੇ ਤੋਂ ਨਹੀਂ ਹੋ ਸਕਦਾ, ਪਰ ਉਹਨਾਂ ਨੇ ਕੀਤਾ ਹੈ, ਉਹਨਾਂ ਤੋਂ ਵਾਹਿਗੁਰੂ ਜੀ ਨੇ ਕਰਵਾਇਆ। ਜਿਹੜੇ ਨਾਮ ਨਾਲ ਜੁੜਦੇ ਆ ਉਹੀ ਇਹ ਕੁਝ ਕਰਦੇ ਹਨ।
ਮਹਾਰਾਜ ਕਹਿੰਦੇ ਸੇ ਨਾਮ ਹਰਿ ਕੈ ਲਾਗੇ। ਉਹ ਨਾਮ ਨਾਮੀ ਪਰਮੇਸ਼ਰ ਵਾਹਿਗੁਰੂ ਜੀ ਹਰੀ ਜੀ ਆਪ ਜੀ ਦੇ ਨਾਮ ਨਾਲ ਜੁੜ ਗਏ, ਜਿਨ੍ਹਾਂ ਤੇ ਆਪ ਜੀ ਨੇ ਧੁਰ ਤੋਂ ਹੀ ਕਿਰਪਾ ਕੀਤੀ। ਕਹੈ ਨਾਨਕ ਤਹਿ ਸੁਖ ਹੋਆ। ਕਹਿੰਦੇ ਹਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਉਸ ਥਾਂ ਦੇ ਉੱਤੇ ਸੁਖ ਪ੍ਰਾਪਤ ਹੋਇਆ। ਉਸ ਥਾਂ ਦੇ ਉੱਤੇ ਤਹਿ ਸੁਖ ਹੋਆ, ਤਹਿ ਉਸ ਹਿਰਦੇ ਰੂਪੀ ਘਰ ਦੇ ਵਿੱਚ ਸੁਖ ਪ੍ਰਾਪਤ ਹੋਇਆ। ਉਹ ਹਿਰਦਾ ਸੁਖੀ ਹੋਇਆ, ਉਹ ਸਰੀਰ ਸੁਖੀ ਹੋਇਆ, ਉਹ ਘਰ ਸੁਖੀ ਹੋਇਆ, ਉਹ ਥਾਂ ਸੁਖੀ ਹੋਇਆ। ਤਿਤ ਘਰ ਅਨਹਦ ਵਾਜੇ। ਜਿੱਥੇ ਆਪ ਜੀ ਦੀ ਕਿਰਪਾ ਹੋਈ, ਫਿਰ ਉਸ ਹਿਰਦੇ ਰੂਪੀ ਘਰ ਦੇ ਵਿੱਚ ਹੱਦ ਤੋਂ ਰਹਿਤ ਅਨਹਦ ਵਾਜੇ ਵੱਜੇ। ਇੱਕ ਰਸ ਨਾਮ ਦੇ ਵਾਜੇ ਵੱਜੇ, ਜਿਸ ਨਾਮ ਦੇ ਵਾਜਿਆਂ ਦੀ ਕੋਈ ਹੱਦ ਹੀ ਨਹੀਂ ਹੈ। ਲਗਾਤਾਰ ਨਿਰੰਤਰ ਇੱਕ ਰਸ ਨਾਮ ਦੇ ਪ੍ਰਵਾਹ ਚੱਲਿਆ। ਉਥੋਂ ਸ਼ਬਦ ਦੇ ਵਾਜੇ ਵੱਜੇ, ਉੱਥੇ ਸ਼ਬਦ ਉੱਥੇ ਪ੍ਰਗਟ ਹੋਇਆ ਉਸ ਹਿਰਦੇ ਰੂਪੀ ਘਰ ਵਿੱਚ। ਤੇ ਜਿਸ ਹਿਰਦੇ ਰੂਪੀ ਘਰ ਵਿੱਚ ਨਾਮ ਦੇ ਸ਼ਬਦ ਦੇ ਵਾਜੇ ਵੱਜੇ, ਉਸੇ ਹਿਰਦੇ ਦੇ ਵਿੱਚ ਫਿਰ ਸੁੱਖ ਪ੍ਰਾਪਤ ਹੋਇਆ। ਫਿਰ ਸਰੀਰਕ ਦੁੱਖ ਵੀ ਭਾਵੇਂ ਕਿੰਨੇ ਆਏ, ਫਿਰ ਵੀ ਉਹ ਆਨੰਦ ਦੇ ਵਿੱਚ, ਫਿਰ ਵੀ ਉਹ ਸੁੱਖ ਦੇ ਵਿੱਚ, ਬੰਦ ਬੰਦ ਕਟਾ ਕੇ ਵੀ ਸੁਖੀ, ਖੋਪਰਾ ਲੁਹਾ ਕੇ ਵੀ ਸੁਖੀ, ਸੀਸ ਤਲੀ ਤੇ ਰੱਖ ਕੇ ਹੋਏ ਵੀ 18 ਸਿਰ ਦਾ ਖੰਡਾ ਖੜਕਾਉਂਦੇ ਹੋਏ ਸੁੱਖ ਤੇ ਆਨੰਦ ਦੇ ਵਿੱਚ ਹਨ, ਜਿੱਥੇ ਆਪ ਜੀ ਨੇ ਕਿਰਪਾ ਕੀਤੀ। ਤੋ ਸਤਿਗੁਰੂ ਜੀ ਦੇ ਪਵਿੱਤਰ ਸ਼ਬਦ ਦੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਧੁਰ ਕਰਮ ਪਾਇਆ ਤੁਧ ਜਿਨ ਕਾ, ਸੇ ਨਾਮ ਹਰਿ ਕੈ ਲਾਗੇ। ਕਹੈ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।